हेलो स्टूडेंट्स, हाउ आर यू। ਅੱਜ ਅਸੀਂ ਕਰਨ ਜਾ ਰਹੇ ਹਾਂ ਅਭਿਆਸ 3.5। ਠੀਕ, ਸੋ ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਕਹਿ ਦਵਾਂ ਕਿ ਜੇ ਤੁਸੀਂ 3.1 2 3 4 ਹਜੇ ਨਹੀਂ ਦੇਖੀ, ਪਹਿਲਾਂ ਉਹ ਦੇਖੋ, ਤਾਂ ਹੀ ਤੁਹਾਨੂੰ ਇਹ ਆਰਾਮ ਨਾਲ ਸਮਝ ਆਏਗੀ। ਕਿਉਂਕਿ ਹੋ ਸਕਦਾ ਇਹਦੇ ਵਿੱਚ ਸਪੀਡ ਥੋੜੀ ਫਾਸਟ ਹੋ ਜਾਵੇ, ਤੁਸੀਂ ਕਹੋਗੇ ਤਾਂ ਬਹੁਤ ਤੇਜ਼ ਸਮਝਾ ਰਹੇ ਨੇ, ਸਾਨੂੰ ਤਾਂ ਕੋਈ ਸਮਝ ਨਹੀਂ ਆ ਰਿਹਾ। ਸੋ ਬੈਟਰ ਹੈ ਕਿ ਤੁਸੀਂ ਜੇ ਮੇਰੀ ਸਪੀਡ ਦੇ ਨਾਲ ਮਿਲਣਾ ਹੈ, ਓਕੇ, ਤਾਂ ਪਹਿਲਾਂ 3.1 3.2 3.3 4 ਇਹ ਸਾਰਾ ਪੜ੍ਹੋ। ਜੇ ਹੋਰ ਪਿੱਛੇ ਜਾਣਾ 1.1 ਤੋਂ ਸ਼ੁਰੂ ਕਰੋ ਤਾਂ ਹੋਰ ਵਧੀਆ, ਤਾਂ ਕਿ ਸੀਕੁਐਂਸ ਦੇ ਵਿੱਚ ਅਸੀਂ ਮੈਥ ਨੂੰ ਸਮਝ ਸਕੀਏ। ਸਾਨੂੰ ਮੈਥ ਉਦੋਂ ਹੀ ਔਖਾ ਲੱਗਦਾ ਜਦੋਂ ਅਸੀਂ ਉਹਨੂੰ ਵਿਚਕਾਰੋਂ ਦੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਚਲੋ ਜੀ, ਆਪਾਂ ਇਹਨੂੰ ਸ਼ੁਰੂ ਕਰੀਏ। ਅਭਿਆਸ 3.5 ਅਭਾਜ ਗੁਣਨਖੰਡ ਵਿਧੀ ਰਾਹੀਂ ਹੇਠ ਲਿਖਿਆਂ ਦੇ ਲਘੁੱਤਮ ਸਮਾਪਵਰਤਕ ਪਤਾ ਕਰੋ। ਠੀਕ ਹੈ ਜੀ। ਸੋ ਆਪਾਂ ਪਿੱਛੇ ਮਹੱਤਮ ਸਮਾਪਵਰਤਕ ਦੇਖ ਲਿਆ, ਹੁਣ ਲਘੁੱਤਮ ਸਮਾਪਵਰਤਕ ਆਪਾਂ ਦੇਖਾਂਗੇ। ਸੋ ਪਿਛਲੇ ਐਕਸਰਸਾਈਜ਼ ਵਿੱਚ ਅਸੀਂ ਦੇਖਿਆ ਕਿ ਮਹੱਤਮ ਸਮਾਪਵਰਤਕ ਕਿੱਦਾਂ ਕੱਢਣਾ ਹੈ। ਮਹੱਤਮ ਸਮਾਪਵਰਤਕ ਕੀ ਹੁੰਦਾ ਸੀ ਕਿ ਮੰਨ ਲਓ ਜੇ ਦੋ ਅੰਕ ਹਨ, ਠੀਕ ਹੈ, ਜਿੱਦਾਂ 15 ਤੇ 35 ਲੈ ਲਓ, ਠੀਕ ਹੈ। ਆਪਾਂ ਦੇਖਦੇ ਸੀ ਕਿ 15 ਤੇ 35 ਕਿਹੜੇ ਪਹਾੜੇ ਵਿੱਚ ਇਕੱਠੇ ਆਣਗੇ, ਠੀਕ ਹੈ, ਵੱਧ ਤੋਂ ਵੱਧ ਕਿਹੜੇ ਪਹਾੜੇ 'ਚ ਆਣਗੇ, ਕਿ ਉਸ ਤੋਂ ਬਾਅਦ ਕਦੀ ਵੀ ਇਕੱਠੇ ਉਸ ਪਹਾੜੇ 'ਚ ਜਾਂ ਇੱਕ ਪਹਾੜੇ 'ਚ ਨਾ ਆਣ। ਸੋ ਆਪਾਂ ਕੀ ਕਰਦੇ ਸੀ, ਪਹਿਲਾਂ 15 ਦੇ ਫੈਕਟਰ ਬਣਾ ਲੈਂਦੇ ਸੀ, ਗੁਣਨਖੰਡ ਬਣਾ ਲੈਂਦੇ ਸੀ। 3 5 15, ਸੋ ਇਹਦੇ ਫੈਕਟਰ ਕੀ ਬਣ ਗਏ 3 ਗੁਣਾ 5, ਤੇ 35 ਦੇ ਫੈਕਟਰ ਕੀ ਬਣ ਜਾਂਦੇ ਸੀ 5 ਗੁਣਾ 7, ਠੀਕ ਹੈ। ਸੋ ਦੋਨਾਂ 'ਚ ਜਿਹੜਾ ਕਾਮਨ ਹੁੰਦਾ ਸੀ, ਹਾਈਐਸਟ ਕਾਮਨ, ਸੋ 5 ਸੀ। ਸੋ ਆਪਾਂ ਨੂੰ ਪਤਾ ਚੱਲ ਜਾਂਦਾ ਸੀ ਇਹਦਾ ਮਤਲਬ 15 ਤੇ 35 ਵੱਧ ਤੋਂ ਵੱਧ ਜਿਹੜਾ ਸਭ ਤੋਂ ਵੱਡਾ ਅੰਕ ਹੈ ਉਹ 5 ਹੈ, ਜਿਹਦੇ ਪਹਾੜੇ ਵਿੱਚ ਆਣਗੇ, ਠੀਕ ਹੈ। ਸੋ ਇਹ ਪਹਾੜਾ ਆਪਾਂ ਕੱਢਦੇ ਸੀ ਕਿ ਕਾਮਨ ਪਹਾੜਾ ਕਿਹੜਾ ਹੈ ਜਿਹਦੇ ਪਹਾੜੇ 'ਚ 15 ਤੇ 35 ਆਣਗੇ, ਉਹਨੂੰ ਕਹਿੰਦੇ ਸੀ ਹਾਈਐਸਟ ਕਾਮਨ ਫੈਕਟਰ ਕੱਢਣਾ, ਠੀਕ ਹੈ। ਮਹੱਤਮ ਸਮਾਪਵਰਤਕ ਕੱਢਣਾ। ਲਘੁੱਤਮ ਸਮਾਪਵਰਤਕ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਇਹ ਪਹਾੜੇ ਹਨ, ਮੰਨ ਲਓ 5 ਦਾ ਪਹਾੜਾ, 6 ਦਾ ਪਹਾੜਾ, 8 ਦਾ ਪਹਾੜਾ, 9 ਦਾ ਪਹਾੜਾ, ਠੀਕ ਹੈ, ਇਹ ਸਾਰੇ ਕਿਸ ਜਗ੍ਹਾ ਤੇ ਜਾ ਕੇ ਸੇਮ ਅੰਕ ਤੇ ਮਿਲਣਗੇ, ਉਹਨੂੰ ਕਹਿੰਦੇ ਨੇ ਲਘੁੱਤਮ ਸਮਾਪਵਰਤਕ, ਠੀਕ ਹੈ। ਇੱਥੇ ਹੁੰਦਾ ਸੀ ਇਹ ਕਿਹੜੇ ਅੰਕ ਹਨ ਜਿਹੜੇ ਕਿ ਇੱਕ ਪਹਾੜੇ ਤੱਕ ਜਾਣਗੇ। ਇੱਥੇ ਹੈਗਾ ਕਿ ਆ ਜਿਹੜੇ ਪਹਾੜੇ ਨੇ, ਯਾਨੀ 5 6 8 9, ਮੀਨ ਜੇ ਇਹਨਾਂ ਦਾ ਪਹਾੜਾ ਸ਼ੁਰੂ ਕਰ ਦਈਏ 5 ਦਾ 6 ਦਾ 8 ਦਾ 9 ਦਾ, ਤੇ ਐਸਾ ਕਿਹੜਾ ਅੰਕ ਹੈ ਜਿਹੜਾ ਕਿ ਇਹਨਾਂ ਦੇ ਪਹਾੜੇ ਵਿੱਚ ਸੇਮ ਆ ਜਾਏਗਾ, ਠੀਕ ਹੈ। ਸੋ ਇਹਨੂੰ ਆਪਾਂ ਕਹਿੰਦੇ ਹਾਂ ਲਘੁੱਤਮ ਸਮਾਪਵਰਤਕ। ਸੋ ਜੇ ਇਹ ਤੁਹਾਨੂੰ ਸਾਰਾ ਕਨਫਿਊਜ਼ਿੰਗ ਵੀ ਲੱਗ ਰਿਹਾ, ਤੇ ਆਪਾਂ ਬੜੇ ਸਿੰਪਲ ਜਿਹੇ ਤਰੀਕੇ ਦੇ ਨਾਲ ਇਸ ਐਕਸਰਸਾਈਜ਼ ਨੂੰ ਸ਼ੁਰੂ ਕਰਦੇ ਹਾਂ ਤੇ ਹੌਲੀ ਹੌਲੀ ਆਪਣੀ ਸਮਝ ਇਸ ਲਈ ਵਿਕਸਿਤ ਕਰਦੇ ਹਾਂ। ਲੈਟਸ ਸਟਾਰਟ। ਸੋ ਸਭ ਤੋਂ ਪਹਿਲਾਂ ਕੀ ਹੈ 45 ਤੇ 60। ਆਓ ਇਹਨੂੰ ਹੱਲ ਕਰਦੇ ਹਾਂ। ਸੋ ਇਹਨੂੰ ਸ਼ੁਰੂ ਕਰਨ ਲਈ ਆਪਾਂ ਹੀ ਕਰਾਂਗੇ, ਸਭ ਤੋਂ ਪਹਿਲਾਂ ਇਹਨਾਂ ਦੋਨਾਂ ਦੇ ਗੁਣਨਖੰਡ ਬਣਾ ਲਾਂਗੇ। ਗੁਣਨਖੰਡ ਬਣਾਉਣ ਲਈ ਆਪਾਂ ਇੱਕ ਗੇਮ ਜੀ ਪਿਛਲੀ ਵਾਰ ਕੀਤੀ ਸੀ ਨਾ ਕਿ ਬੱਸਾਂ ਚਲਾਉਣੀਆਂ। ਸੋ ਇਹ ਬੱਸਾਂ ਚਲਾਵਾਂਗੇ, 2 ਵਾਲੀ, 3 ਵਜੇ ਵਾਲੀ, 5 ਵਜੇ ਵਾਲੀ, 7 ਵਜੇ ਵਾਲੀ, 11 ਵਜੇ ਵਾਲੀ, 13, ਯਾਨੀ ਪ੍ਰਾਈਮ ਫੈਕਟਰਸ, ਅਭਾਜ ਸੰਖਿਆਵਾਂ ਜਿਹੜੀਆਂ ਨੇ ਉਹ ਵਾਲੀਆਂ ਬੱਸਾਂ ਅਸੀਂ ਇੱਥੇ ਚਲਾਵਾਂਗੇ। ਸੋ 45 ਹੈ ਮਗਰ 5 ਹੈ, ਸੋ ਇਹ ਤਾਂ 2 ਵਜੇ ਵਾਲੀ ਬੱਸ ਤੇ ਬੈਠੇਗਾ ਨਹੀਂ। 3 ਕਹਿੰਦਾ ਮੈਂ ਉਹਨਾਂ ਸਵਾਰੀਆਂ ਨੂੰ ਆਪਣੀ ਬੱਸ 'ਚ ਬਿਠਾਵਾਂਗਾ ਜਾਂ ਮੈਂ ਉਹਨਾਂ ਦਾ ਡਰਾਈਵਰ ਬਣਾਂਗਾ ਜਿਨ੍ਹਾਂ ਦੇ ਅੰਕਾਂ ਦਾ ਜੋੜ ਮੇਰੇ ਪਹਾੜੇ ਵਿੱਚ ਆਉਂਦਾ ਹੈ, ਠੀਕ ਹੈ ਜੀ। ਮੰਨ ਲੈਂਦੇ ਹਾਂ 5 ਤੇ 4 9, 9 3 ਦੇ ਪਹਾੜੇ 'ਚ ਆਉਂਦਾ। ਆਓ ਡਰਾਈਵਰ ਸਾਹਿਬ ਬੈਠੋ ਇੱਥੇ, ਗੱਡੀ ਚਲਾਓ। ਡਰਾਈਵਰ ਨੇ ਚਲਾਈ ਗੱਡੀ, 15 ਤੀਆ 45, ਠੀਕ ਹੈ। ਸੋ 15 ਫਿਰ ਬਚ ਗਿਆ, ਠੀਕ ਹੈ। ਹੁਣ ਫਿਰ ਗਿਣ ਲਓ 5 ਤੇ 1 6, ਇਹਦਾ ਮਤਲਬ 3 ਵਜੇ ਵਾਲੀ ਬੱਸ ਇੱਕ ਆਪਾਂ ਹੋਰ ਚਲਾਵਾਂਗੇ, ਠੀਕ ਹੈ। ਸੋ 3 ਵਜੇ ਵਾਲੀ ਇੱਕ ਬੱਸ ਹੋਰ ਚੱਲੀ, 3 5 15, ਠੀਕ। ਹੁਣ 5 ਆ ਗਿਆ। ਹੁਣ ਕਹਿੰਦਾ ਮੈਂ ਨਹੀਂ ਇਹਨੂੰ ਲੈ ਕੇ ਜਾਣਾ, ਇਹਦੇ ਵਾਸਤੇ ਕੋਈ ਦੂਜਾ ਡਰਾਈਵਰ ਲੱਭੋ। ਆਓ ਜੀ ਅਗਲਾ 5 ਵਜੇ ਵਾਲੀ ਬੱਸ, ਕਿਉਂਕਿ 5 ਵਜੇ ਵਾਲੀ ਬੱਸ 'ਚ ਕੌਣ ਬੈਠੇਗਾ ਜਿਹਦੇ ਮਗਰ 5 ਹੋਵੇ ਤੇ 0 ਹੋਵੇ। ਸੋ 5 ਵਜੇ ਵਾਲੀ ਬੱਸ ਆਪਾਂ ਸ਼ੁਰੂ ਕਰਦੇ ਹਾਂ, 5 ਏਕਮ 5। ਸੋ 45 ਦੇ ਫੈਕਟਰਸ ਬਣ ਗਏ, ਅਭਾਜ ਗੁਣਨਖੰਡ। ਹੁਣ ਉਸ ਤੋਂ ਬਾਅਦ 60 ਦਾ ਹੁਣ ਮੈਂ ਇੰਨਾ ਜ਼ਿਆਦਾ ਐਕਸਪਲੇਨ ਨਹੀਂ ਕਰਾਂਗਾ, ਠੀਕ ਹੈ। ਜੇ ਤੁਸੀਂ ਇਹਨੂੰ ਸਮਝਣਾ ਚਾਹੁੰਦੇ ਹੋ ਤਾਂ ਪਿਛਲੀ ਐਕਸਰਸਾਈਜ਼ 'ਚ ਜਾ ਕੇ ਇਹਨੂੰ ਸਮਝ ਸਕਦੇ ਹੋ ਕਿ ਕਿੱਦਾਂ ਆਪਾਂ ਫੈਕਟਰ ਬਣਾਉਣੇ ਹਨ, ਕਿੱਦਾਂ 2 ਇੱਥੇ ਲਗਾਉਣਾ, ਕਿੱਦਾਂ 3, ਕਿੱਦਾਂ 5, ਕਦੋਂ 7 ਲਗਾਉਣਾ, ਕਦੋਂ 13 ਲਗਾਉਣਾ, 11 ਲਗਾਉਣਾ। ਇਹ ਤੁਸੀਂ ਪਿਛਲੀਆਂ ਐਕਸਰਸਾਈਜ਼ ਵਿੱਚ ਆਰਾਮ ਨਾਲ ਸਮਝ ਸਕਦੇ ਹੋ। ਹੁਣ ਮੈਂ ਸਿੱਧਾ ਹੀ ਸਵਾਲ ਹੱਲ ਕਰਦਾ ਹਾਂ। ਸੋ 60 ਆਪਾਂ ਰੱਖਿਆ ਵਿੱਚ, 2 ਵਜੇ ਵਾਲੀ ਬੱਸ ਚਲਾਤੀ, 2 ਤੀਆ 60, 2 ਤੀਏ 6 ਤੇ 2 0 0 ਹੈ ਨਾ। ਫਿਰ 2 15 30, 15 दूना 30, ਓਕੇ। ਮੈਂ ਉਲਟਾ ਬੋਲ ਦੇਣਾ, 5 ਤੀਏ 15, 3 ਵਜੇ ਵਾਲੀ ਬੱਸ ਚੱਲੇਗੀ ਤਾਂ 3 5 15, ਹੁਣ 5 ਆ ਗਿਆ, 5 ਆ ਗਿਆ, ਠੀਕ ਹੈ। ਸੋ ਕੀ ਫੈਕਟਰ ਬਣ ਗਏ 2 2 3 ਤੇ 5।
सो 45 ਦੇ ਅਭਾਜ ਗੁਣਨਖੰਡ ਹੋ ਗਏ 3 ਗੁਣਾ 3 ਗੁਣਾ 5। 60 ਦੇ ਅਭਾਜ ਗੁਣਨਖੰਡ ਹੋ ਗਏ 2 ਗੁਣਾ 2 ਗੁਣਾ 3 ਗੁਣਾ 5। ਇਹਨਾਂ ਨੂੰ ਆਪਾਂ ਹੀ ਕਰਾਂਗੇ 45 ਅਤੇ 60 ਦਾ ਲਘੁੱਤਮ ਸਮਾਪਵਰਤਕ। ਲਘੁੱਤਮ ਸਮਾਪਵਰਤਕ ਲਈ ਕੀ ਹੁੰਦਾ, ਪਹਿਲਾਂ ਆਪਾਂ 2 ਦੇਖਣਾ ਤੇ ਇਹ ਦੇਖਣਾ ਕਿ 2 ਸਭ ਤੋਂ ਜ਼ਿਆਦਾ ਕਿਹੜੀ ਲਾਈਨ ਵਿੱਚ ਹੈ। 1 2 ਇਸ ਲਾਈਨ ਵਿੱਚ ਲਿਖ ਦੋ 1 2, ਠੀਕ ਹੈ। ਉਸ ਤੋਂ ਬਾਅਦ 3 ਦੀ ਵਾਰੀ ਹੈ, 3 ਇਹਦੇ ਵਿੱਚ ਜ਼ਿਆਦਾ ਕਿ ਇਹਦੇ ਵਿੱਚ, ਇਹਦੇ ਵਿੱਚ ਜ਼ਿਆਦਾ। ਸੋ ਇੱਥੇ 2 ਨੇ ਆਪਾਂ ਲਿਖ ਦਾਂਗੇ 2। ਬਾਕੀ ਕੀ ਰਹਿ ਗਿਆ 5। ਸੋ 5 ਤਾਂ ਦੋਨਾਂ 'ਚ 1 1 ਹੀ ਹੈ। ਸੋ ਇੱਥੇ 1 ਲਿਖ ਦਿਓ। ਹੁਣ ਸਾਰਿਆਂ ਨੂੰ ਗੁਣਾ ਕਰ ਦਿਓ। ਗੁਣਾ ਕਰਨ ਦਾ ਸੌਖਾ ਤਰੀਕਾ ਦੱਸਾਂ, ਪਹਿਲਾਂ 10 ਬਣਾ ਦਿਓ, 5 ਦੂਣੀ 10, ਠੀਕ ਹੈ। 10 ਦੂਣਾ 20, 20 ਤੀਆ 60, 60 ਤੀਆ 180। ਸੋ 180 ਇਹ ਸਾਡਾ ਜਵਾਬ ਆ ਗਿਆ। ਹੁਣ ਆਪਾਂ ਇਸੇ ਤਰ੍ਹਾਂ ਹੀ ਅਗਲਾ ਸਮਝਦੇ ਹਾਂ। ਸੈਕਿੰਡ ਵਿੱਚ ਹੈਗਾ 52 ਤੇ 56। ਓਕੇ, ਸੋ ਇਹਨਾਂ ਦਾ ਵੀ ਆਪਾਂ ਉਸੇ ਤਰ੍ਹਾਂ ਹੀ ਫੈਕਟਰ ਬਣਾ ਲਾਂਗੇ। ਅਭਾਜ ਗੁਣਨਖੰਡ 52 ਨੂੰ ਰੱਖਿਆ ਵਿੱਚ, 2 ਵਾਲੀ ਬਸ ਚਲਾਈ, 26 ਦੂਣ 52। ਇਹਨੂੰ ਤੁਸੀਂ ਕਰਕੇ ਦੇਖ ਸਕਦੇ ਹੋ, 2 ਦੂਣੀ 4, 1 ਬਚ ਗਿਆ 12, 2 ਛਿੱਕੇ 12। ਇੱਦਾਂ ਵੀ ਕਰ ਸਕਦੇ ਹੋ। ਤੇ ਜੇ ਇਹ ਤੁਹਾਨੂੰ ਨਹੀਂ ਸਮਝ ਆਉਂਦਾ ਤੇ ਭਾਗ ਕਰ ਲਓ, ਠੀਕ ਹੈ। 52 ਨੂੰ ਵਿੱਚ ਰੱਖਿਆ, ਠੀਕ ਹੈ, 2 ਦੇ ਨਾਲ ਭਾਗ ਕੀਤੀ, 2 ਦੂਣੀ 4, 5 4 ਕਢਾ ਦੀ 1 2, 2 ਛਿੱਕੇ 12। ਸੋ ਇੱਦਾਂ ਵੀ ਤੁਸੀਂ ਇਹਨੂੰ ਕਰ ਸਕਦੇ ਹੋ। ਕਿਉਂਕਿ ਮੈਨੂੰ ਸਾਰਾ ਯਾਦ ਹੈ, ਇਸ ਕਰਕੇ ਮੈਂ ਜਾਂ ਇਸ ਤਰ੍ਹਾਂ ਵੀ ਕਰ ਦੇਣਾ, 2 ਦੂਣੀ 4, 1 ਬਚ ਗਿਆ 12, 2 ਛਿੱਕੇ 12, ਠੀਕ ਹੈ। ਸੋ ਜਿੱਦਾਂ ਜਿੱਦਾਂ ਪ੍ਰੈਕਟਿਸ ਕਰੀ ਜਾਓਗੇ ਚੀਜ਼ਾਂ ਤੁਹਾਨੂੰ ਉਨੀਆਂ ਸੌਖੀਆਂ ਲੱਗਦੀਆਂ ਰਹਿਣਗੀਆਂ। ਨੈਕਸਟ ਹੈ 56, 28 ਦੂਣ 56 ਹੈ ਨਾ। 2 ਦੂਣੀ 4, 1 ਬਚ ਗਿਆ 16, 2 8 16। ਸੋ 14 ਦੂਣ 28। ਫਿਰ 2 ਵਜੇ ਵਾਲੀ ਬੱਸ ਚੱਲੀ, ਫਿਰ 2 ਵਜੇ ਵਾਲੀ ਚਲਾਈ, 7 ਦੂਣੀ 14, ਫਿਰ 7 ਵਜੇ ਵਾਲੀ 7 1 7। ਸੋ ਇਹਦੇ ਅਭਾਜ ਗੁਣਨਖੰਡ ਬਣ ਗਏ। 52 ਦੇ ਅਭਾਜ ਗੁਣਨਖੰਡ ਕੀ ਬਣੇ, 2 ਗੁਣਾ 2 ਗੁਣਾ 13 ਲਿਖ ਲਿਆ। 56 ਦੇ ਅਭਾਜ ਗੁਣਨਖੰਡ ਕੀ ਬਣੇ, 2 ਗੁਣਾ 2 ਗੁਣਾ 2 ਗੁਣਾ 7। ਹੁਣ ਉਸੇ ਤਰ੍ਹਾਂ 52 ਅਤੇ 56 ਦਾ ਲਘੁੱਤਮ ਸਮਾਪਵਰਤਕ, ਠੀਕ। ਸੋ ਆਪਾਂ ਦੇਖਾਂਗੇ, ਪਹਿਲਾਂ 2 ਲੱਭਣਾ, 2 ਇਸ ਲਾਈਨ 'ਚ ਜ਼ਿਆਦਾ ਕਿੰਨੀ ਵਾਰੀ ਹੈ, 3 ਵਾਰੀ ਲਿਖ ਲਓ, 2 ਗੁਣਾ 2 ਗੁਣਾ 2। ਓਕੇ, ਉਸ ਤੋਂ ਬਾਅਦ 7 ਇੱਕੋ ਵਾਰੀ 1 ਵਾਰ ਲਿਖ ਲਓ, ਠੀਕ। ਫਿਰ 13 ਹੈ, ਉਹਨੂੰ 13 ਇੱਥੇ ਲਿਖ ਲਓ। ਗੁਣਾ ਕਰ ਲਓ, 2 ਦੂਣੀ 4, 4 ਦੂਣੀ 8, 8 7 56। 56 ਨੂੰ 13 ਨਾਲ ਜੇ ਤਾਂ ਮਨ 'ਚ ਹੀ ਕਰ ਸਕਦੇ ਹੋ, 13 6 78, 13 5 65 ਤੇ 7 72। ਇੱਦਾਂ ਵੀ ਆ ਸਕਦਾ। ਜੇ ਤੁਹਾਡੀ ਗੁਣਾ ਮੈਂ ਮੰਨਦਾ ਹਾਂ ਕਿ 6ਵੀਂ ਵਾਲੇ ਬੱਚਿਆਂ ਦੀ ਇੰਨੀ ਤੇਜ਼ ਨਹੀਂ ਹੁੰਦੀ। ਸੋ 2 ਦੂਣੀ 4 ਦੂਣੀ 8, ਤੁਸੀਂ ਇੱਥੇ ਇੱਦਾਂ ਵੀ ਲਿਖ ਸਕਦੇ ਹੋ, 8 ਲਿਖ ਲਿਆ, ਗੁਣਾ 7 ਗੁਣਾ 13, ਇੱਦਾਂ ਵੀ ਕਰ ਸਕਦੇ ਹੋ। ਫਿਰ 8 7 56, 56 ਨੂੰ ਕੀਤੀ 13 ਨਾਲ। ਹੁਣ ਜੇ 13 ਦਾ ਪੜ੍ਹ ਆਉਂਦਾ, 13 6 78, 78 ਦਾ ਲੱਗਿਆ 8, 13 5 65 ਤੇ 7 ਹੰਸ ਲਾਇਆ ਸੀ ਨਾ, 65 ਤੇ 7 72। ਤੇ ਜੇ ਇੱਦਾਂ ਨਹੀਂ ਕਰਨਾ ਆਉਂਦਾ ਤੇ ਉਹ ਟ੍ਰੈਡੀਸ਼ਨਲ ਮੈਥਡ ਨਾਲ ਕਰ ਲਓ। ਸੋ ਦੋਨੋਂ ਚੀਜ਼ਾਂ ਅਵੇਲੇਬਲ ਹਨ, ਜਿੱਦਾਂ ਤੁਹਾਨੂੰ ਸੁੱਖ ਲੱਗੇ। 3 ਛਿੱਕੇ 18, 5 ਤੇ 15 ਤੇ 1 16, 1 ਛਿੱਕਾ 1 5 5, ਠੀਕ। 8 6 6 12, 5 ਤੇ 1 6 ਤੇ 1 7, 728 ਇਹਦਾ ਜਵਾਬ ਆ ਗਿਆ। ਨੈਕਸਟ ਥਰਡ ਹੈ 96 ਤੇ 360। 96 ਦੇ ਅਭਾਜ ਗੁਣਨਖੰਡ ਬਣਾ ਲਓ, ਠੀਕ ਹੈ। ਸੋ ਇਹਨੇ ਇਹੀ ਕਿਹਾ ਸੀ ਨਾ ਪਹਿਲੇ ਸਵਾਲ 'ਚ ਕਿ ਅਭਾਜ ਗੁਣਨਖੰਡ ਵਿਧੀ ਰਾਹੀਂ। ਸੋ ਆਪਾਂ ਤਾਂ ਕਰਕੇ ਇਸ ਵਿਧੀ ਰਾਹੀਂ ਇਹ ਸਵਾਲ ਹੱਲ ਕਰ ਰਹੇ ਹਾਂ। 96 ਵਿੱਚ ਰੱਖੋ, ਸੋ 2 ਦੀ ਬਸ ਚਲਾ ਲਓ, 48 ਦੂਣ 96, ਠੀਕ ਹੈ। ਕਰਕੇ ਵੀ ਦੇਖ ਲਓ, ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀ ਕਿ 2 ਚੁੱਕੇ 8, 1 ਬਚ ਗਿਆ 16, 2 8 16। ਸੋ ਸਾਰੇ ਇੱਦਾਂ ਕਰ ਸਕਦੇ ਹੋ। ਸੋ ਪਿੱਛੇ 8 ਆ ਗਿਆ, 2 4 6 8 0, ਜਿਹਦੇ ਮਗਰ ਆਵੇ ਉਹ 2 ਵਾਲੀ ਬੱਸ 'ਚ ਬੈਠੇਗਾ। 8 ਹੈਗਾ, ਚੱਲ 2 ਵਾਲੀ ਬੱਸ ਚੱਲੇਗੀ। 24 ਦੂਣ 48, 4 ਆ ਗਿਆ, 2 ਵਜੇ ਵਾਲੀ ਬੱਸ ਚੱਲੇਗੀ। 12 ਦੂਣਾ 24, 6 ਦੂਣੀ 12, 3 ਦੂਣੀ 6। ਹੁਣ 3 ਆ ਗਿਆ, ਹੁਣ 2 ਵਜੇ ਵਾਲੀ ਬੱਸ ਨਹੀਂ ਚੱਲੇਗੀ, 3 ਵਾਲੀ ਚੱਲੇਗੀ। 3 ਏਕਮ 3, 360, ਠੀਕ ਹੈ। 0 ਆ ਗਿਆ, 2 ਵਜੇ ਵਾਲੀ ਬੱਸ ਚੱਲੇਗੀ। 180 ਦੂਣਾ 360, 90 ਨੂੰ 2 ਨਾਲ ਕੀਤੀ 180 ਆ ਗਿਆ। ਫਿਰ ਹੁਣ 90 ਹੈਗਾ ਨਾ, ਤੇ 2 45 90 ਹੈ ਨਾ। ਫਿਰ ਹੁਣ 5 ਆ ਗਿਆ, ਤਾਂ ਮਤਲਬ 2 ਵਜੇ ਵਾਲੀ ਬੱਸ ਨਹੀਂ ਚੱਲੇਗੀ। 3 ਵਜੇ ਵਾਲੀ ਚਲਾ ਲਓ, 15 ਤੀਆ 45, ਫਿਰ 3 ਵਜੇ ਵਾਲੀ 5 ਤੀਏ 15, 5 ਏਕਮ 5। ਸੋ ਇੱਥੇ ਲਿਖ ਲਓ 96 ਦੇ ਅਭਾਜ ਗੁਣਨਖੰਡ 2 ਦੂਣੀ 4 ਦੂਣੀ 8 ਦੂਣੀ 16 ਦੂਣਾ 32, 32 ਤੀਆ 96। 360 ਦੇ ਅਭਾਜ ਗੁਣਨਖੰਡ ਜਿਹੜੇ ਅਸੀਂ ਆਪਾਂ ਉਤਾਰ ਲੈਣੇ ਨੇ, 2 ਗੁਣਾ 2 ਗੁਣਾ 2 ਗੁਣਾ 3 ਗੁਣਾ 3 ਗੁਣਾ 5। ਗੁਣਾ ਕਰਕੇ ਵੀ ਦੇਖ ਲਓ 2। ਹੁਣ ਉਹੀ ਸੌਖਾ ਤਰੀਕਾ ਵਰਤੋ ਗੁਣਾ ਕਰਨ ਲਈ। 5 ਦੂਣੀ 10, 10 ਦੂਣਾ 20, 20 ਦੂਣਾ 40, 40 ਤੀਆ 120, 120 ਤੀਆ 360। ਸੋ ਹੁਣ ਆਪਾਂ 96 ਅਤੇ 360 ਦਾ ਲਘੁੱਤਮ ਸਮਾਪਵਰਤਕ ਮੀਨਸ LCM ਕੱਢ ਲਾਂਗੇ। ਉਹੀ ਫਾਰਮੂਲਾ, ਪਹਿਲਾਂ 2 ਦੇਖਣਾ, 2 ਇਹਦੇ ਵਿੱਚ ਜ਼ਿਆਦਾ ਨਹੀਂ ਕਿ ਇਹਦੇ ਵਿੱਚ, 1 2 3 4 5।
सो ये ज़्यादा आप लिख ले 1 2 3 4 5 2 लिख ले। उस तो बाद 3 ये ज़्यादा इतों नोट कर लो, ठीक है। 2 3 इत्थे पा ले। हुण 5 कल्ला रह गया, 5 बाद चो इत्थे लिख लो। सो हुण गुणा कर लो उस तरीके नाल। 5 दूनी 10, 10 दूना 20 दूना 40 दूना 80 दूना 160, 160 तिया है ना, 16 तिया 48 480 हो गए। 480 तिया 3 8 24, 3 चौके 12 ते 2 14, तो क्योंकि 480 ना 0 सी इत्थे 0 ना लाती। जे फार्मूला नहीं समझ आप करके देख लें। 5 दूनी 10, 10 दूना 20, 20 दूना 40, 40 दूना 80, 80 दूना 160। मेरे ख्याल 160 तक तो क्लीयर हो गया है। उस तो बाद 3 तीए 9, ठीक है। बस 160 ਨੂੰ 9 ਨਾਲ ਕਰ ਲਓ। 16 ਦਾ ਪਹਾੜਾ ਜੇ ਆਂਦਾ 16 ਨਾ ਆਇਆ 144 है ना, 16 ਨਾ ਆਇਆ 144 या 0 ਨਾਲ ਲਗਾ ਦਿਓ। ਸੋ ਇਦਾਂ ਵੀ ਆ ਸਕਦਾ। ਓਕੇ ਜੀ, ਸੋ ਇਹ ਸਾਡਾ ਜਵਾਬ ਆ ਗਿਆ। ਨੈਕਸਟ ਹੈ 4th 36 96 180। ਹੁਣ 3 ਆ ਗਈਆਂ ਸੰਖਿਆਵਾਂ, ਕੋਈ ਫਰਕ ਨਹੀਂ ਪੈਂਦਾ। ਸੋ 36 ਦੇ ਪਹਿਲਾਂ ਆਪਾਂ ਗੁਣਨਖੰਡ ਬਣਾ ਲਓ। 2 18 36, 2 9 18, 9 ਆ ਗਿਆ। 3 ਦਾ ਪਹਾੜਾ ਗਿਣ ਲਓ, 3 3 9, 3 एकम 3। 96 ਦਾ ਕਰ ਲਓ 2 48 है ना, 2 24, 24 दूना 48, 2 12, 12 दूना 24 है ना, 6 दूनी 12, फिर 2 का पड़ा 2 तीए 6, तो 3 एकम 3। इस तरह 180, 2 9 18, 2 0 0 90, 45 दूना 90, 3 15 45। 3 क्यों आया इत्थे? आप आम करके कई बार बच्चे 5 लगा देंगे ने इत्थे। पहला 5 नहीं लगाना, पहला जोड़ कर लेना अंक का। 5 ते 4 9, यदा मतलब 3 के पहाड़े च जाएगा। सो 3 एकम 3, एक बच गया 15, 3 5 15, 15 3 45 आ गया ना। 3 5 15, 5 एकम 5। सो हुण इन्हां दे भाज गुणनखंड आपां लिख लैने। 36 दे की सी 2 गुणा 2 गुणा 3 गुणा 3। 96 दे की सी 2 गुणा 2 गुणा 2 गुणा 2 गुणा 2 ते गुणा 3, ठीक है। सो इस तरह ही 180 दे लिख लैने। 2 गुणा 2 गुणा 3 गुणा 3 गुणा 5, ठीक है। हुण इन्हां दा लला सस्सा वावा लघुत्तम समाफोर्थ कैल्शियम कढ़ लैने। सब तो पहला 2 2 किहड़ी लाइन से ज़्यादा? इस लाइन से ज़्यादा ना। 1 2 3 4 5, 5 बार लिख लो। 1 2 3 4 5। उस तो बाद 3 देख लो, ये 2 बारी है, ये 2 बारी। सो आप 2 बारी चक लैने। हुण की रह गया 5, 5 नूं आपां इत्थे लिख लैने। सॉरी है मैं गुणा का निशान 2 बार पाता, तुसीं नहीं पाना, 1 बारी है। सो आपां इन्हां नूं गुणा करके देखिए उस फार्मूले नाल। 5 दूनी 10, 10 दूना 20, 20 दूना 40, 40 दूना 80, 80 दूना 160, 160 तिया 480, तो 480 तिया 1440। सेम आ गया। ओके, कोई फर्क नहीं। इत्थे भी इदां सी 2 गुणा 2, 5 बारी 2, 2 बार 3, 1 बार 5। इत्थे भी 5 बारी 2, 2 बार 3। सो सेम जवाब इहदा आ गया। हुण आपां अगला सवाल करते हैं। नैक्सट, आम वंड विधि राही हेठ लिखिया नाल लला सस्सा बावा लघुत्तम समापवर्तक पता करो, ठीक है। हुण आम वंड विधि राही करना। पहला अभाज गुणनखंड विधि सी, हुण आम वंड विधि, बल्कि यह पहले नालों ज़्यादा सौखी है। ओके, सो आम वंड विधि की है कि 24 ते 64 आपां इकट्ठा ही लिख लवांगे। पहला 24 ते 64 करना ना। सो पहली रकम है 24 ते 64 आपां कल्ला लिख लांगे। सो जिदे एक मगर भी जे 2 4 6 8 0 है, पहला फिर 2 वाली बस चलावांगे, ठीक है। तो उस तो बाद फिर देखांगे 3 वाली बस च कौन बैठता है, 5 वाली बस च कौन बैठता है, ठीक है। सो ये तो दोनों सवारियां 2 वालियां ने। सो आपां जे इन्हां चों एक सवारी भी 2 वाली हुंदी, 2 वाली बस चढ़न वाली, तां भी असीं 2 वाली बस ही चलानी सी, आपां पिछे कोई सवारी नहीं छड्डनी। सो 2 का पहाड़ा 24 तक, 12 दूना 24, 2 का पहाड़ा 64 तक, 32 दूना 64। ओके, नैक्सट फिर आ गया 2 का पहाड़ा, 2 का पहाड़ा 12 तक, 6 दूनी 12, 16 दूना 32, है ना। फिर अगे 2 का पहाड़ा पढ़ांगे, 3 दूनी 6, 8 दूनी 16। ओके, फिर हजे भी है 2 वाले पहाड़े वाली सवारी बैठी है। सो 2 का पहाड़ा या 2 वाली बस आप चलावांगे, सवारी छड्डनी नहीं आपां, ठीक है। सो 3 इत्थे इदां ही कहंदा मैं तो नहीं तेरी बस च जाना, ठीक है, मैं 2 वाली बस च नहीं जाना, बेचारा इदां ही बैठा रहा। सो ये चढ़ गए। 4 फिर बच गए, है ना। 4 दूनी 8 हो गया, तो 4 फिर बच गए। हुण फिर 2 वाली नूं बस एक होर चलानी पई, ठीक है। फिर 2 दूनी 4, फिर 2 बच गए, फिर एक बस होर चली, 2 एकम 2। हुण विचारे 3 की वारी आई। सो 3 वाली बस आई, फिर वो बेचारा उत्थे गया। सो ये लघुत्तम समावर्तक क्या आ गया? आपां इन्हां सारिआं नूं गुणा कर लांगे। 2 गुणा 2 गुणा 2 गुणा 2 गुणा 2 गुणा 2 गुणा 3।
2 दूनी 4 दूनी 8 दूनी 16 दूना 32 दूना 64 तिया 192 ये साडा जवाब आ गया। ओके नैक्सट 42 ਤੇ 63 ओके उस तरह इन्होंने विच रखो 2 वाली बस चलाओ क्यों क्योंकि एक सवारी 2 वाली हैगी है जिहदे मगर 2 4 6 8 0 होवे वो तो 2 वाली बस 'च ही जाऊगा। ओके जी 21 दून 42 है ना 2 दूनी 4 2 एकम 2 63 कहना मैं नहीं जाना मैं 2 वाली बस 'च नहीं जावांगा क्योंकि मेरे मगर 2 4 6 8 0 नहीं है। सो 3 ਵਜੇ ਵਾਲੀ ਬੱਸ ਚੱਲੇਗੀ 3 ਵਜੇ ਵਾਲੀ ਬੱਸ 'ਚ ਕੌਣ ਬੈਠੇਗਾ ਜਿਨ੍ਹਾਂ ਦੇ ਅੰਕਾਂ ਦਾ ਜੋੜ 3 ਦੇ ਪਹਾੜੇ 'ਚ ਆਉਂਦਾ ਹੈ 2 ਤੇ 1 3 3 ਦੇ ਪਹਾੜੇ 'ਚ ਆਏਗਾ 6 ਤੇ 9 3 ਦੇ ਪਹਾੜੇ 'ਚ ਆਏਗਾ 3 7 21 ਤੇ 21 ਤੀਆ 63 ਹਜੇ ਵੀ 3 ਦਾ ਪਹਾੜਾ ਆਪਾਂ ਬੋਲਾਂਗੇ। ਸੋ 3 ਵਾਲੀ ਬੱਸ ਦੁਬਾਰਾ ਚੱਲੀ 7 ਕਹਿੰਦਾ ਨਾ ਮੈਂ ਨਹੀਂ ਜਾਣਾ 21 जाएगा 3 7 21 ਹੁਣ 7 ਵਜੇ ਵਾਲੀ ਬੱਸ ਚੱਲੀ 7 एकम 7 7 एकम 7 ਸੋ ਇਹ ਇਹਦਾ ਜਵਾਬ ਆ ਗਿਆ ਲੱਲਾ ਸੱਸਾ ਵਾਵਾ ਬਰਾਬਰ ਹੈ 2 ਗੁਣਾ 3 ਗੁਣਾ 3 ਗੁਣਾ 7 2 ਤੀਏ 6 6 ਤੀਏ 18 18 7 126 ਇਹ ਸਾਡਾ ਆਨਸਰ ਆ ਗਿਆ। ਨੈਕਸਟ 108 135 162 ओके सो 2 बजे वाली बस चला दो 54 दूना 108 2 5 10 2 चौके 8 135 5 मगर ना बैठा रहा फिर अच्छा 2 हैगा 2 8 16 2 एकम 2 81 हुण इहदे मगर हजे 4 हैगा सो 2 वाली बस चलेगी 2 दूनी 4 14 2 7 14 135 81 ये हजे इदां ही बैठे रहन। हुण आ गई जी 3 बजे वाली बस 3 नाया 27 ठीक है 3 चौके 12 एक अंसल 15 3 5 15 तो इस तरह 3 दूनी 6 2 बच गए इधर चले गए 21 3 7 21 ओके हुण फिर 3 बजे वाली बस चलाओ 3 तीए 9 15 तिया 45 3 नाया 27 फिर 3 बजे वाली बस 3 एकम 3 3 5 15 3 तीए 9 फिर 3 बजे वाली बस चलाओ एक तो इदा ही रहूगा 5 भी इदा ही रहूगा 3 एकम 3 आ चढ़ गया। हुण 5 बजे वाली बस चलाओ एक सवारी रह गई है ना एक इदा ही 5 एकम 5 सारे एक एक आ गए सो ये साडा जवाब आ गया। लघुत्तम समावर्तक 2 गुणा 2 गुणा 3 गुणा 3 गुणा 3 गुणा 3 गुणा 5 5 दूनी 10 10 दूना 20 20 तिया 60 60 तिया 180 180 तिया 540 540 तिया 3 चौके 12 3 5 15 तक 16 तो 0 लगा दो तो जे ये नहीं समझ आया तो फिर की करांगे 5 दूनी 10 समझ आ गया होगा 10 दूना 20 20 तिया 60 ठीक है जे 60 तक समझ आ गया या 60 तिया 180 इतों तक समझ आ गया तो आप 180 गुणा 3 गुणा 3 इदा कर लाँगे या 180 गुणा 3 तिये 9 कर लो ठीक है इदा भी कर सकते हैं। सो कुछ भी लिख लो जे तुम इदा करना चाहते हो 180 तो पता ही है 3 तिये 9 180 में 9 ना गुणा कर लो ठीक है 9 8 72 9 एकम 9 ते 7 16 तो 0 लग जाएगी चाहे तो इतने इस तरह भी गुणा कर सकते हो 1620 गुणा 9 जिदा मर्जी तुम ठीक कर लो मेन तो है जवाब आना चाहिए है। ओके जी आप हुण अगले सवाल वाल वधदे हाँ। अगला है 4th 16 18 48 सो यदा भी आप आम वंड विधि राही लघुत्तम समावर्तक पता कर लें 16 18 48 बह गए बस ड्राइवर साहब आ गए जी चलाओ जी बस 2 8 16 2 9 18 2 24 48 ठीक है सो ये फिर बच गए फिर 2 बजे वाली बस एक होर चली 2 चौके 8 9 का 9 कहता मैं नहीं जाना 2 12 24 फिर 2 बजे वाली बस चलाओ जी 2 दूनी 4 2 6 12 एक और चलाओ 2 एकम 2 9 इदा ही 2 तिये 6 बस ही हुण नहीं हुण 3 बजे वाली बस वाली सवारियां आ गया एक 3 तिये 9 3 एकम 3 फिर अगली बस चलेगी तो 3 नूं लै जाएगी 3 एकम 3 ओके सो लघुत्तम समावर्तक आ गया 2 गुणा 2 गुणा 2 गुणा 2 गुणा 3 गुणा 3 2 दूनी 4 दूनी 8 दूनी 16 ती 48 दिया 144 ये साडा जवाब आ गया। नैक्सट 48 72 108 चलो जी ड्राइवर साहब बैठो सवारियां आ गई 24 दून 48 36 दून 72 54 दूना 108 ठीक है सो मैं सीधा पहाड़ा गिन लिया तुसीं चाहे इदा कर लो 2 दूनी 4 2 चौके 8 2 तिये 6 12 बन गए 2 छिके 12 2 5 10 तो 2 चौके 8 ठीक है
सो तुसी ये करी जाइयो, ठीक है, नहीं तो मेरी वीडियो बहुत लंबी हो जाएगी। 2 छीके 12, 2 9 18, 27 कहंदा मैं नहीं जाना, फिर 2 3 6 9 27। ओके, हुण 3 वालियां सवारियां आ गई जी। चल भी काका बह जा ते सवारियां लै जा। 3 एकम 3, 3 3 9, 3 9 27, फिर बच गया। चल भी एक बस होर चलाओ, एक आ 3 एकम 3, 3 3 9, एक होर सवारी आ गई। 3 एकम 3 1 1 सो लल्ला ससा वाह की निकल गया। 2 गुणा 2 गुणा 2 गुणा 2 गुणा 3 गुणा 3 गुणा 3, 2 दूनी 4 दूनी 8 दूनी 16 तिया 48, 48 तिया 144, 144 तिया 432। सो ਆਪਾਂ ਇਹਨੂੰ ਗੁਣਾ ਕਰਕੇ ਦੇਖ ਲੈਂਦੇ ਹਾਂ। 144 तिया 3 चौके 12, एक हंसल 3 चौके 12 ਤੇ 13, ठीक है। 3 एकम 3 ਤੇ ਇੱਕ ਜਿਹੜਾ ਹੰਸਲ ਆਇਆ ਸੀ 4, 432 ਸਾਡਾ ਜਵਾਬ ਆ ਗਿਆ। ਨੈਕਸਟ थर्ड, ਉਹ ਸਭ ਤੋਂ ਛੋਟੀ ਸੰਖਿਆ ਪਤਾ ਕਰੋ। ਜਦੋਂ ਇਹੋ ਜਿਹੀ ਕੋਈ ਗੱਲ ਆ ਜਾਏ ਨਾ, ਛੋਟੀ ਤੋਂ ਛੋਟੀ ਸੰਖਿਆ, ਦਿਮਾਗ 'ਚ ਘੰਟੀ ਵੱਜ ਜਾਣੀ ਚਾਹੀਦੀ ਹੈ ਕਿ ਲੋ ਜੀ ਲਘੁੱਤਮ ਸਮਾਪਵਰਤਕ ਵਾਲਾ ਸਵਾਲ ਆ ਗਿਆ। ਜਦੋਂ ਆ ਜਾਏ ਵੱਡੀ ਤੋਂ ਵੱਡੀ ਸੰਖਿਆ, ਉਦੋਂ ਦਿਮਾਗ 'ਚ ਆ ਜਾਣਾ ਚਾਹੀਦਾ ਹੈ ਮਹੱਤਮ ਸਮਾਪਵਰਤਕ HCF ਵਾਲਾ ਸਵਾਲ ਆ ਗਿਆ। ਹੁਣ ਛੋਟੀ ਹੈ ਇਸ ਕਰਕੇ LCM ਵਾਲਾ ਸਵਾਲ ਆ ਗਿਆ। ਉਹ ਸਭ ਤੋਂ ਛੋਟੀ ਸੰਖਿਆ ਪਤਾ ਕਰੋ ਜੋ 6 8 ਅਤੇ 10 ਨਾਲ ਵੰਡੀ ਜਾਵੇ। ਓਕੇ, ਸੋ ਕੀ ਕਰਾਂਗੇ, 6 8 10 ਦਾ ਲਘੁੱਤਮ ਸਮਾਪਵਰਤਕ ਲੈ ਲਾਂਗੇ। ਉਸੇ ਤਰ੍ਹਾਂ ਨਾਲ ਬੈਠ ਜਾਓ ਜੀ ਸਵਾਰੀਓ। ਚਲੋ ਡਰਾਈਵਰ ਸਾਹਿਬ ਗੱਡੀ ਸਟਾਰਟ ਕਰੋ। 2 3 6, 2 ਚੌਕੇ 8, 2 5 10, 3 ਇੱਦਾਂ ਹੀ 2 दूनी 4, 5 ਨੇ ਵੀ ਨਹੀਂ ਜਾਣਾ। ਫਿਰ 2 ਵਾਲੀ ਬੱਸ ਕਿਉਂਕਿ ਇੱਕ ਸਵਾਰੀ ਰਹਿੰਦੀ ਹੈ। 3 ਬੈਠਾ ਰਹਿ ਯਾਰ, 5 ਬੈਠਾ ਰਹਿ, 2 एकम 2, 3 ਵਜੇ ਵਾਲੀ ਚਲਾਓ ਜੀ। 3 एकम 3 1 ਤੇ 5, ਇਹ ਵੀ ਨਹੀਂ ਜਾਏਗਾ। 5 ਵਜੇ ਵਾਲੀ ਬੱਸ ਚਲਾਓ, 5 एकम 5। सो की आ गया लल्ला ससा वावा 2 गुणा 2 गुणा 2 गुणा 3 गुणा 5, 5 दूनी 10, 10 दूना 20, 20 दूना 40 तिया 120। सो ਆਪਾਂ ਨਾਲ ਲਿਖਾਂਗੇ। ਸੋ 120 ਉਹ ਸਭ ਤੋਂ ਛੋਟੀ ਸੰਖਿਆ ਹੈ ਜੋ 6 8 10 ਨਾਲ ਵੰਡੀ ਜਾਂਦੀ ਹੈ। ਮੀਨਸ ਇਸ ਤੋਂ ਛੋਟੀ ਹੋਰ ਕੋਈ ਸੰਖਿਆ ਨਹੀਂ ਹੈ ਜਿਹੜੀ ਇਹਨਾਂ ਤਿੰਨਾਂ ਪਹਾੜਿਆਂ ਦੇ ਵਿੱਚ ਆਂਦੀ ਹੋਵੇ। ਠੀਕ ਹੈ, ਸਭ ਤੋਂ ਪਹਿਲੀ ਜਿਹੜੀ ਸੰਖਿਆ ਜਿਹੜੀ 6 ਦੇ ਪਹਾੜੇ ਵਿੱਚ ਵੀ ਆਏਗੀ, 8 ਦੇ ਪਹਾੜੇ 'ਚ ਵੀ ਆਏਗੀ, 10 ਦੇ ਪਹਾੜੇ ਵਿੱਚ ਆਏਗੀ ਤੇ ਸਾਂਝੀ ਹੋਏਗੀ ਤਿੰਨਾਂ ਦੀ, ਉਹ ਹੋਏਗੀ 120। ਨੈਕਸਟ ਫੋਰਥ, ਉਹ ਸਭ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨੂੰ 10 12 15 ਨਾਲ ਭਾਗ ਦੇਣ ਨਾਲ ਹਰੇਕ ਹਾਲਤ ਵਿੱਚ 7 ਬਾਕੀ ਬਚੇ, ਹਨਾ। ਸੋ 7 ਬਾਕੀ ਬਚਣਾ ਚਾਹੀਦਾ। ਸੋ ਆਪਾਂ ਸੀਕੁਐਂਸ ਤੇ ਚੱਲਦੇ ਹਾਂ, ਸੀਰੀਅਲ ਆਰਡਰ ਚੱਲਦੇ ਹਾਂ। ਸਭ ਤੋਂ ਪਹਿਲਾਂ ਤਾਂ ਜੀ ਅਸੀਂ ਇਹ ਦੇਖਿਆ ਛੋਟੀ ਤੋਂ ਛੋਟੀ ਸੰਖਿਆ। ਸੋ ਸਾਡੇ ਦਿਮਾਗ 'ਚ ਆ ਗਿਆ ਜੀ ਅਸੀਂ ਤਾਂ ਪਹਿਲਾਂ ਲਘੁੱਤਮ ਸਮਾਪਵਰਤਕ ਕੱਢਾਂਗੇ, ਬਾਕੀ ਗੱਲਾਂ ਬਾਅਦ 'ਚ। ਸੋ 10 12 ਤੇ 15 ਦਾ ਲਘੁੱਤਮ ਸਮਾਪਵਰਤਕ ਕੱਢ ਲਓ। ਚਲੋ ਜੀ ਸਵਾਰੀਓ ਬੈਠ ਗਈਆਂ? ਹਾਂ, ਡਰਾਈਵਰ ਸਾਹਿਬ ਆ ਗਏ। ਚਲੋ ਜੀ 2 5 10, 2 6 12 15, ਬੈਠਾ ਰਹਿ। फिर 2 5 तू नहीं जाना, ठीक है, बैठा रहा। 2 3 6 15। चलो जी 3 बजे वाली बस चलाओ। 5 बैठा रहा। 3 एकम 3, 3 5 15। हुण 5 वाली 5 एकम 5, एक इदां ही 5 एकम 5। की आ गया 2 गुणा 2 गुणा 3 गुणा 5, 2 दूनी 4, 4 3 12, 12 5 60। सो ये 60 इन्हां दा लघुत्तम समापवर्तक आ गया। पर जे 60 दे नाल ਇਹਨਾਂ ਨੂੰ ਭਾਗ ਕੀਤਾ, ਹਨਾ, ਫਿਰ ਕੀ ਹੋਏਗਾ? ਫਿਰ ਤਾਂ ਇਹ ਹੋਏਗਾ 10 ਛੀਕਾ 60, ਕੀ ਬਚਿਆ? ਕੁਛ ਵੀ ਨਹੀਂ। 12 5 60, ਕੀ ਬਚਿਆ? ਕੁਛ ਵੀ ਨਹੀਂ। 15 ਚੌਕੀ 60, ਕੁਛ ਵੀ ਨਹੀਂ ਬਚਿਆ ਯਾਰ। ਤੇ ਇਹ ਕੀ ਕਹਿੰਦਾ? ਹਰੇਕ ਹਾਲਤ ਵਿੱਚ 7 ਬਾਕੀ ਰਵੇ। 7 ਤਾਂ ਹੀ ਬਾਕੀ ਰਹੇਗਾ ਜੇ ਇਹਦੇ 'ਚ 7 ਜ਼ਿਆਦਾ ਹੋਏਗਾ, ਹਨਾ। ਇਹ ਤਾਂ ਸਾਰਿਆਂ ਨਾਲ ਭਾਗ ਹੋਈ ਜਾ ਰਿਹਾ, ਗੁਣਾ ਹੋਈ ਜਾ ਰਿਹਾ, ਤਾਂ 0 ਆਈ ਜਾ ਰਿਹਾ। ਸੋ ਇਹਦੇ ਵਿੱਚ ਆਪਾਂ 7 ਜਮ੍ਹਾਂ ਕਰ ਦਿੰਦੇ ਹਾਂ, ਹਨਾ। ਫਿਰ ਆਪਾਂ ਜੇ 67 ਨੂੰ 10 ਨਾਲ ਭਾਗ ਕਰਾਂਗੇ ਤਾਂ 10 ਛੀਕਾ 60 ਤੇ ਆਪਣੇ ਆਪ 7 ਬਚੇਗਾ ਨਾ। ਇਸੇ ਤਰ੍ਹਾਂ 12 ਨੂੰ 12 5 60, ਫਿਰ 7 ਬਚ ਜਾਏਗਾ। ਫਿਰ 15 ਚੌਕੀ 60, ਹਨਾ। ਫਿਰ 67 ਚੋਂ 60 ਕਢਾ ਤੇ ਫਿਰ 7 ਬਚ ਜਾਏਗਾ। ਸੋ ਆਪਾਂ ਕੀ ਕੀਤਾ? 60 ਵਿੱਚ 7 ਜਮ੍ਹਾਂ ਕਰਤੇ, ਕੀ ਕਰਤਾ? 67 ਹੋ ਗਿਆ ਤੇ ਆਪਾਂ ਜਵਾਬ ਲਿਖਤਾ। ਸੋ 67 ਉਹ ਸਭ ਤੋਂ ਛੋਟੀ ਸੰਖਿਆ ਹੈ ਜਿਸ ਨੂੰ 10 12 15 ਨਾਲ ਭਾਗ ਦੇਣ ਨਾਲ
ਹਰੇਕ ਹਾਲਤ ਵਿੱਚ 7 ਬਾਕੀ ਬਚਦਾ ਹੈ। ਨੈਕਸਟ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਪਤਾ ਕਰੋ ਜੋ 12 18 ਅਤੇ 30 ਨਾਲ ਪੂਰੀ ਭਾਗ ਹੋਵੇ। ਠੀਕ ਹੈ, ਸੋ 12 ਦੇ ਪਹਾੜੇ 'ਚ ਵੀ ਆਂਦੀ ਹੋਵੇ ਉਹ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ, 18 ਦੇ ਪਹਾੜੇ 'ਚ ਵੀ ਆਂਦੀ ਹੋਵੇ, 30 ਦੇ ਪਹਾੜੇ 'ਚ। ਤੇ ਹੁਣ ਜੇ ਆਪਾਂ ਇਹ ਦੇਖੀਏ ਕਿ 12 ਦਾ ਪਹਾੜਾ ਪੜ੍ਹੀ ਜਾਈਏ, ਕਦੋਂ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਆਏਗੀ, ਫਿਰ 18 ਦਾ ਪਹਾੜਾ ਪੜ੍ਹੀਏ, ਫਿਰ 30 ਦਾ, ਫਿਰ ਤਾਂ ਬਹੁਤ ਔਖਾ ਹੈ ਨਾ। ਆਪਾਂ ਇਦਾਂ ਕਰਦੇ ਹਾਂ, ਤਿੰਨਾਂ ਦੇ ਪਹਾੜੇ ਵਿੱਚ ਇੱਕ ਸਾਂਝੀ ਜਿਹੜੀ ਛੋਟੀ ਤੋਂ ਛੋਟੀ ਸੰਖਿਆ ਹੋਵੇ, ਸਾਂਝੀ ਹੋਵੇ, ਉਹ ਪਹਿਲਾਂ ਆਪਾਂ ਲੱਭਦੇ ਹਾਂ। ਠੀਕ ਹੈ, ਸੋ ਛੋਟੀ ਤੋਂ ਛੋਟੀ ਸੰਖਿਆ ਜਿਹੜੀ ਕਿ 12 ਦੇ ਪਹਾੜੇ ਵਿੱਚ ਸਭ ਤੋਂ ਪਹਿਲਾਂ ਆਂਦੀ ਹੋਵੇ, 18 ਦੇ ਪਹਾੜੇ ਵਿੱਚ ਵੀ ਆਂਦੀ ਹੋਵੇ ਤੇ 30 ਦੇ ਪਹਾੜੇ ਵਿੱਚ ਵੀ। ਇਹੋ ਜਿਹੀ ਕਿਹੜੀ ਸੰਖਿਆ ਹੈ ਜਿਹੜੀ 12 ਦੇ ਪਹਾੜੇ ਵਿੱਚ ਤੇ 18 ਦੇ ਪਹਾੜੇ ਵਿੱਚ ਤੇ 30 ਦੇ ਪਹਾੜੇ ਵਿੱਚ ਆਂਦੀ ਹੋਵੇ ਤੇ ਤਿੰਨਾਂ ਦਾ ਜਵਾਬ ਇੱਕੋ ਹੋਵੇ? ਉਹ ਪਹਿਲੀ ਸੰਖਿਆ ਕਿਹੜੀ ਹੈ? ਮੀਨ ਜੇ 12 ਦਾ ਪਹਾੜਾ ਗਿਣਨਾ ਸ਼ੁਰੂ ਕਰੀਏ, 18 ਦਾ ਪਹਾੜਾ ਗਿਣਨਾ ਸ਼ੁਰੂ ਕਰੀਏ, 30 ਦਾ ਪਹਾੜਾ ਗਿਣਨਾ ਸ਼ੁਰੂ ਕਰੀਏ, ਤੇ ਐਸੀ ਕਿਹੜੀ ਸੰਖਿਆ ਹੈ ਜਿਹੜੀ ਕਿ ਬਰਾਬਰ ਜਵਾਬ ਦੇਵੇਗੀ? ਸੋ ਉਹਦੇ ਲਈ ਛੋਟੀ ਤੋਂ ਛੋਟੀ ਸੰਖਿਆ ਪਤਾ ਕਰਨ ਲਈ ਆਪਾਂ ਹੀ ਕਰਾਂਗੇ 12 18 30 ਦਾ ਲਘੁੱਤਮ ਸਮਾਪਵਰਤਕ ਕੱਢ ਲਾਂਗੇ। ਉਸੇ ਤਰ੍ਹਾਂ ਕਰ ਲਓ, 12 18 30 ਸਵਾਰੀਆਂ ਬੈਠ ਗਈਆਂ, 2 ਵਾਲੀ ਬੱਸ ਚਲਾਓ, 2 6 12, 2 9 18, 2 15 30, 3 ਏਕਮ 3, 3 3 9, 3 5 15, ਫਿਰ 3 ਵਜੇ ਵਾਲੀ ਬੱਸ ਚਲਾ ਲਓ, 1 ਇੱਦਾਂ ਹੀ, 3 ਏਕਮ 3, 5 ਇੱਦਾਂ ਹੀ, 5 ਵਾਲੀ ਚਲਾ ਲਓ, 1 1 ਤੇ 5 ਏਕਮ 5। ਸੋ ਇਹ ਹੋ ਗਿਆ ਸਾਡਾ। ਸੋ ਲਘੁੱਤਮ ਸਮਾਪਵਰਤਕ ਕੀ ਨਿਕਲਾ ਹੈ? 2 ਗੁਣਾ 2 ਗੁਣਾ 3 ਗੁਣਾ 3 ਗੁਣਾ 5। ਗੁਣਾ ਕਰ ਲਓ, 5 ਦੂਣੀ 10 ਦੂਣਾ 20, ਤੀਆ 60, ਤੀਆ 180। ਹੁਣ ਇੱਕ ਤਾਂ ਆਪਾਂ ਛੋਟੀ ਤੋਂ ਛੋਟੀ ਸੰਖਿਆ ਪਤਾ ਕਰ ਲਈ ਜਿਹੜੀ ਕਿ 12 ਦੇ ਪਹਾੜੇ ਵਿੱਚ ਵੀ ਆਂਦੀ ਹੈ। ਠੀਕ ਹੈ, 18 ਦੇ ਪਹਾੜੇ ਵਿੱਚ ਵੀ ਤੇ 30 ਦੇ ਪਹਾੜੇ ਵਿੱਚ ਵੀ ਸਾਂਝੀ ਆਂਦੀ ਹੈ, ਤਾਂ ਛੋਟੀ ਤੋਂ ਛੋਟੀ ਹੈ। ਯਾਨੀ ਇਸ ਤੋਂ ਪਹਿਲਾਂ ਇਹੋ ਜਿਹੀ ਕੋਈ ਵੀ ਸੰਖਿਆ ਨਹੀਂ ਸੀ ਜਿਹੜੀ ਇਹਨਾਂ ਦੇ ਪਹਾੜਾਂ ਵਿੱਚ ਆਂਦੀ ਹੋਵੇ। ਠੀਕ ਹੈ, ਸੋ ਤਿੰਨਾਂ ਦੇ ਪਹਾੜੇ 'ਚ ਸਭ ਤੋਂ ਪਹਿਲੀ ਜਿਹੜੀ ਸੰਖਿਆ ਉਹ ਆਈ ਹੈ 180, ਜਿਹੜੀ ਕਿ ਇਹਦੇ ਵੀ ਆ ਰਹੀ ਹੈ, ਇਹਦੇ ਵੀ ਆ ਰਹੀ ਹੈ ਤੇ ਇਹਦੇ ਵੀ ਆ ਰਹੀ ਹੈ। ਹੁਣ ਅਗਲੀ ਸ਼ਰਤ ਵੱਲ ਧਿਆਨ ਦਿਓ, ਕਹਿੰਦੇ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਪਤਾ ਕਰੋ। ਠੀਕ ਹੈ, ਸੋ ਆਪਾਂ ਦੇਖ ਲਿਆ ਕਿ ਇਹਨਾਂ ਦੇ ਪਹਾੜੇ ਵਿੱਚ 180। ਹੁਣ ਆਪਾਂ ਦੇਖਣਾ ਕਿ 180 ਦੇ ਪਹਾੜੇ ਵਿੱਚ ਆਂਦੀ ਹੋਵੇ। ਹੁਣ ਜਿਹੜੇ 180 ਦੇ ਪਹਾੜੇ ਵਿੱਚ ਆਂਦੀ ਹੋਏਗੀ ਉਹ 12 ਦੇ ਪਹਾੜੇ 'ਚ ਵੀ ਆਊਗੀ, 18 ਦੇ ਪਹਾੜੇ ਵਿੱਚ ਵੀ ਆਊਗੀ ਤੇ 30 ਦੇ ਪਹਾੜੇ ਵਿੱਚ ਵੀ ਆ ਜਾਏਗੀ। ਠੀਕ ਹੈ, ਇਸ ਕਰਕੇ ਆਪਾਂ LCM ਕੱਢਿਆ ਸੀ ਤਾਂ ਕਿ ਸਾਨੂੰ ਬਾਰ-ਬਾਰ ਤਿੰਨਾਂ ਦੇ ਨਾਲ ਇਸ ਸਵਾਲ ਨਾਲ ਜੂਝਣਾ ਨਾ ਪਵੇ। ਸੋ ਇਹਨਾਂ ਦਾ ਅਸੀਂ ਕਾਮਨ ਲਘੁੱਤਮ ਸਮਾਪਵਰਤਕ ਲੈ ਲਿਆ 180। 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਆਪਾਂ ਲਿਖ ਲਈ 9999, 4 ਨਾ ਹੈ ਹਨਾ। ਸੋ ਇਹਨੂੰ ਇਹਦੇ ਨਾਲ ਭਾਗ ਕਰ ਦਿੰਦੇ ਹਾਂ, ਗੱਲ ਖਤਮ ਹੋ ਜਾਣੀ। 9999 ਨੂੰ ਰੱਖਿਆ ਵਿੱਚ 180 50। ਠੀਕ ਹੈ, 18 5 90 ਹੁੰਦਾ ਨਾ, ਸੋ 0 ਨਾਲ ਲੱਗੀ 180 5 999 ਬਚ ਗਿਆ। ਆ ਨਾ ਆ ਨੀਚੇ ਉਤਾਰਿਆ, 999 ਫਿਰ ਹੋ ਗਿਆ 180 5 900, ਫਿਰ 99 ਬਚ ਗਿਆ। ਇਹਦਾ ਮਤਲਬ ਕਿ ਜੇ 99 ਨਾ ਬਚਦਾ ਤਾਂ ਫਿਰ ਇਹ ਤਾਂ ਪੂਰੀ ਵੰਡੀ ਜਾਣੀ ਸੀ ਹਨਾ। ਤੇ ਜੇ ਇਸ ਰਕਮ ਦੇ ਵਿੱਚੋਂ ਅਸੀਂ 99 ਘਟਾ ਹੀ ਦਈਏ ਹਨਾ, ਸੋ ਕੀ ਆ ਜਾਊਗਾ? ਲੋੜੀਂਦਾ ਨੰਬਰ ਆ ਜਾਏਗਾ ਨਾ। ਸੋ ਲੋੜੀਂਦਾ ਨੰਬਰ ਹੈ 9999 ਵਿੱਚੋਂ 99 ਘਟਾਓ ਕਰ ਦਿਓ, 99। ਸੋ ਇਹ ਜਵਾਬ ਆ ਗਿਆ। ਸੋ ਆਨਸਰ ਕੀ ਲਿਖਾਂਗੇ? ਸੋ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 9900 ਹੈ ਜੋ 12 18 30 ਨਾਲ ਪੂਰੀ ਭਾਗ ਹੋ ਜਾਵੇਗੀ। ਨੈਕਸਟ 6ਵਾਂ, 4 ਅੰਕਾਂ ਦੀ ਉਹ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜੋ 15 24 ਅਤੇ 36 ਨਾਲ ਪੂਰੀ ਵੰਡੀ ਜਾਵੇ। ਲੋ ਜੀ ਉਸੇ ਤਰ੍ਹਾਂ ਹੀ ਕਰ ਲੈਂਦੇ ਆ, ਪਰ ਹੁਣ ਇਹਨੇ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਪਤਾ ਕਰਨ ਨੂੰ ਕਿਹਾ। ਇੱਧਰ ਧਿਆਨ ਦਿਓ। ਠੀਕ ਹੈ, 15 24 36 ਦਾ ਲਘੁੱਤਮ ਸਮਾਪਵਰਤਕ ਕੱਢੋ ਜੀ। 15 24 36 ਬਿਠਾਓ ਵਿੱਚ 2, 15 ਨਹੀਂ ਜਾਊਗਾ, 2 12 24, 18 ਦੂਣਾ 36, ਫਿਰ 15 ਇੱਦਾਂ ਹੀ, 2 6 12, 2 9 18, ਹਜੇ ਵੀ 2 ਵਾਲੀ ਸਵਾਰੀ ਹੈ। ਸੋ 2 3 6, ਬਾਕੀ ਇੱਦਾਂ ਹੀ ਲਿਖ ਲਓ। 3 ਵਾਲੀ ਸਵਾਰੀ ਆ ਜਾਓ, 3 5 15, 3 ਏਕਮ 3, 3 3 9, 5 ਦਾ 5 ਇੱਦਾਂ ਹੀ, 1 ਦਾ 1 ਇੱਦਾਂ, 3 ਏਕਮ 3, 5 ਏਕਮ 5। ਸੋ ਸਾਰੇ ਏਕੇ ਨੀਚੇ ਆ ਗਏ। ਸੋ ਇਹ ਆਪਣਾ ਇੱਥੇ ਖਤਮ ਹੋ ਗਿਆ। ਇਹਦਾ LCM ਕੀ ਆ ਗਿਆ? 2 ਗੁਣਾ 2 ਗੁਣਾ 2 ਗੁਣਾ 3 ਗੁਣਾ 3 ਗੁਣਾ 5, 5 ਦੂਣੀ 10 ਦੂਣਾ 20 ਦੂਣਾ 40 ਤੇ 120 ਤੇ ਤੀਆ 360। ਓਕੇ, ਤੇ ਹੁਣ ਲਿਖ ਲਓ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕੀ ਹੈ? 1000। ਠੀਕ ਹੈ, ਹੁਣ 1000 ਨੂੰ ਆਪਾਂ 360 ਨਾਲ ਭਾਗ ਕਰ ਲੈਂਦੇ ਆ। 360 ਦੂਣਾ, ਠੀਕ ਹੈ, ਜੇ 3 ਕਰਾਂਗੇ ਤਾਂ 36 ਤੇ 108 ਹੋ ਜਾਏਗਾ ਤੇ 100 ਤੋਂ ਵੱਧ ਜਾਏਗਾ। ਸੋ 360 ਦੂਣਾ 720, ਘਟਾ ਲਓ 0, 10 ਚ 2 ਘਟਾ ਦੀ 8, 9 7 ਘਟਾ ਦੀ 2, ਸੋ ਬਾਕੀ ਕਿੰਨਾ ਬਚ ਗਿਆ? 280। ਸੋ ਇਹਦਾ ਮਤਲਬ ਕੀ ਹੋਇਆ? 280 ਬਾਕੀ ਬਚ ਗਿਆ। ਜੇ 80 ਇਹਦੇ ਚ ਹੋਰ ਹੁੰਦਾ
है ना। तो फिर इन्हें 360 ਤੇ ਵੰਡਿਆ ਜਾਣਾ ਸੀ ਨਾ ਪੂਰਾ ਪੂਰਾ, ਇੱਦਾਂ ਹੀ ਸੀ ਨਾ। ਇਹਦਾ ਮਤਲਬ ਕੀ ਹੈ ਕਿ ਇਹਦੇ ਤੇ ਇਹਦੇ ਵਿੱਚ ਜਿਹੜਾ ਫਰਕ ਰਹਿ ਗਿਆ ਜੇ ਆਪਾਂ ਇਹਦੇ ਵਿੱਚ ਜੋੜ ਦਈਏ, ਹੈ ਨਾ। ਸੋ ਆਪਾਂ ਇੱਥੇ ਆਰਾਮ ਨਾਲ ਕਰਦੇ ਹਾਂ। ਸੋ ਲੋੜੀਂਦਾ ਨੰਬਰ ਹੈ 1000 ਜਮਾ 360, ਹੈ ਨਾ। 360 ਹੈ ਨਾ, 360 चाहिए, पर 360 ਵਿੱਚ ਬਚ ਵੀ ਕਿੰਨਾ ਗਿਆ 280। 360 ਘਟਾਓ 280 ਹੈ ਗਿਆ 80। ਸੋ 1000 ਜਮਾ 80 ਇਹ ਕਿੰਨਾ ਹੋ ਗਿਆ 1080। ਸੋ ਜੇ 1080 ਆਪਾਂ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਲਵਾਂਗੇ ਤਾਂ ਉਹ ਕੀ ਹੋਏਗਾ, ਆਪਾਂ ਸਟੇਟਮੈਂਟ ਤੇ ਲਿਖ ਦਿੰਦੇ ਹਾਂ। ਸੋ 1080 4 ਅੰਕਾਂ ਦੀ ਉਹ ਛੋਟੀ ਤੋਂ ਛੋਟੀ ਸੰਖਿਆ ਹੈ ਜੋ 15 24 36 ਨਾਲ ਪੂਰੀ ਵੰਡੀ ਜਾਵੇਗੀ। ਕਿ यानी 4 अंकों की होर इस तो छोटी कोई संख्या नहीं है जिहड़ी ये तिन्नां दे पहाड़े विच आवे। नैक्सट 7th 4 घंटियां, ठीक है, कोई भी घंटियां ला लो चाहे किसी जगह भी वजदियां होण, 4 7 12 ते 14 सेकंडां दे अंतराल वक्फे, ठीक है, डिले नाल वजदियां हन जेकर घंटियां सवेरे 5 बजे इकट्ठियां वजियां होण। ठीक है, हुण देखो कोई 4 सेकंड बाद वज रही है, कोई 7 सेकंड बाद, कोई 12, कोई 14 सेकंड बाद वज रही है। ये 4 7 ते 12 ते 14 सेकंड के अंतराल च वज रही हैं। हुणे कह रहा कि जे 5 वजे होण तां जिहड़ी घंटी 4 सेकंडां बाद वजदी है वो भी वज जावे, जिहड़ी घंटी 7 सेकंड बाद वजदी है वो भी इत्थे आके उहदे 7 सेकंड पूरे हो जाण, ते जिहड़ी 12 सेकंडां बाद वजदी है उहदे भी 12 सेकंड इत्थे पूरे हो जाण, ते जिहड़ी 14 सेकंडां बाद वजदी है उहदे भी 14 सेकंड 5 बजे पूरे हो जाण। सो एक पॉइंट मिल गया, यानी इत्थे सारिਆਂ ने आके अपनी यात्रा दोबारा तो शुरू कर दी, है ना। कहते जेकर घंटियां सवेरे 5 बजे इकट्ठियां वजियां होण तां दोबारा इकट्ठियां कदों वजणगीਆਂ, ਆਪਾਂ ਇਹੀ ਦੇਖ ਲੈਂਦੇ ਹਾਂ। ਸੋ ਆਪਾਂ ਇਹਨਾਂ ਦਾ ਦੇਖ ਲੈਂਦੇ ਹਾਂ ਵੀ ਕਿਸ ਤਰ੍ਹਾਂ ਦੇ ਨਾਲ ਇਹ ਚਲਦੀਆਂ ਹਨ। 4 7 12 14 ਦਾ ਲਘੁੱਤਮ ਸਮਾਪਵਰਤਕ ਕੱਢ ਦਿਓ, ਬਿਠਾਓ ਇਹਨਾਂ ਨੂੰ ਵਿੱਚ, 2 ਵਜੇ ਵਾਲੀ ਬੱਸ ਚਲਾਓ, 2 दूनी 4 7 ਇੱਦਾਂ ਹੀ, 2 6 12 2 7 14, 2 एकम 2 2 3 6, 3 ਦਾ ਪਹਾੜਾ 3 एकम 3, 7 ਦਾ ਪਹਾੜਾ 7 एकम 7 7 एकम 7, ਇਹਨਾਂ ਦਾ ਆ ਗਿਆ 2 दूनी 4 3 12 7 84 ਸੈਕਿੰਡ, ਹੈ ਨਾ। ਸੋ 84 ਸਕਿੰਟਾਂ ਬਾਅਦ ਇਹ ਇਕੱਠੀਆਂ ਫੇਰ ਵੱਜਣਗੀਆਂ। ਠੀਕ ਹੈ, ਮੀਨਸ ਮੰਨ ਲਓ ਇਹ ਪਹਾੜੇ ਚੱਲ ਰਹੇ ਹੁਣ, 4 ਦਾ ਪਹਾੜਾ 7 ਦਾ 12 ਦਾ 14 ਦਾ, ਠੀਕ ਹੈ, ਇਹ ਪਹਾੜੇ ਚੱਲ ਰਹੇ ਨੇ। ਤੇ ਦੱਸੋ ਜੀ ਇਹਨਾਂ ਦੇ ਪਹਾੜਿਆਂ ਵਿੱਚੋਂ ਸਭ ਤੋਂ ਇਹੋ ਜੀ ਕਿਹੜੀ ਰਕਮ ਪਹਿਲਾਂ ਆਏਗੀ ਜਿਹੜੀ 4 ਦੇ ਪਹਾੜੇ ਵਿੱਚ ਵੀ ਹੋਵੇ, 7 ਦੇ 12 ਦੇ ਤੇ 14 ਦੇ, ਪਰ ਹੋਵੇ ਛੋਟੀ ਤੋਂ ਛੋਟੀ ਲਘੁੱਤਮ, ਹੈ ਨਾ, ਛੋਟੀ ਤੋਂ ਛੋਟੀ। ਸੋ 4 ਦੇ ਪਹਾੜੇ 'ਚ, ਠੀਕ ਹੈ, 84 ਆ ਜਾਂਦਾ, 21 ਚੌਕ 84, 12 7 84, 12 7 84 ਤੇ 14 6 84। ਸੋ ਇਹ 84 ਹੈ ਜਿਹੜਾ ਇਹਨਾਂ ਸਾਰਿਆਂ ਦੇ ਪਹਾੜੇ 'ਚ ਆਉਂਦਾ ਤੇ ਸਭ ਤੋਂ ਪਹਿਲਾਂ ਆਉਂਦਾ। ਓਕੇ, ਸੋ ਸੈਕਿੰਡ ਨੇ ਇਹਨਾਂ ਨੂੰ ਮਿੰਟ 'ਚ ਤੁਸੀਂ ਕਰ ਲਓ, 84/60 ਮਿੰਟ। ठीक है, 84 ਨੂੰ 60 ਨਾਲ ਭਾਗ ਕਰੋ, 60 एकम 60, मगर की रह गया 24। सो 24 ਸੈਕਿੰਡ बाकी रह गए, सो 1 ਮਿੰਟ ਤੇ 24 ਸੈਕਿੰਡ। ਸੋ ਇਹਦਾ ਮਤਲਬ ਜੇ 5 ਵਜੇ ਵੱਜੀਆਂ, ਹੈ ਨਾ, ਦੁਬਾਰਾ 1 ਮਿੰਟ ਤੇ 24 ਸੈਕਿੰਡ ਬਾਅਦ ਵੱਜਣ ਗਿਆ, ਮੀਨਸ 5 ਵੱਜ ਗਏ 1 ਮਿੰਟ ਤੇ 24 ਸੈਕਿੰਡ ਆਪਾਂ ਲਿਖ ਦਿੰਦੇ ਹਾਂ। ਸੋ ਦੁਬਾਰਾ ਘੰਟੀਆਂ 1 ਮਿੰਟ 24 ਸੈਕਿੰਡ ਬਾਅਦ ਇਕੱਠੀਆਂ ਵੱਜਣਗੀਆਂ, 5 ਵੱਜ ਗਏ 1 ਮਿੰਟ ਤੇ 24 ਸੈਕਿੰਡ ਤੇ। ਓਕੇ, ਇਹ ਸਾਡਾ ਆਨਸਰ ਆ ਗਿਆ। ਨੈਕਸਟ 8ਵਾਂ 3 ਲੜਕੇ ਇੱਕ ਹੀ ਸਥਾਨ ਤੋਂ ਇੱਕੋ ਵਾਰ ਕਦਮ ਉਠਾ ਕੇ ਚੱਲਣਾ ਸ਼ੁਰੂ ਕਰਦੇ ਹਨ। ਠੀਕ ਹੈ, ਹੁਣ ਦੇਖੋ ਕਈਆਂ ਦੇ ਕਦਮ ਛੋਟੇ ਹੋਣਗੇ, ਕਈਆਂ ਦੇ ਵੱਡੇ, ਆਪਾਂ ਦੇਖਦੇ ਹਾਂ ਉਹਨਾਂ ਦੇ ਕਦਮਾਂ ਦਾ ਮਾਪ ਆ ਗਈ ਨਾ ਗੱਲ। ਕਦਮਵਾਰ 54 ਸੈਂਟੀਮੀਟਰ, ਯਾਨੀ ਇੱਕ ਬੰਦਾ ਕਦਮ ਚੱਕਦਾ ਉਹ 54 ਸੈਂਟੀਮੀਟਰ ਦਾ ਹੀ ਕਦਮ ਹੁੰਦਾ, ਉਹਦੇ ਛੋਟੇ ਛੋਟੇ ਕਦਮ ਦਾ ਉਹਨੂੰ ਥੋੜਾ ਫਾਸਟ ਹੋਏਗਾ। ਉਹਦੇ ਕਦਮ ਤੇ ਇਹਦੇ ਕਦਮ ਤੇ ਇਹਦੇ ਕਦਮ ਮਿਲਣਗੇ ਨਹੀਂ ਆਪਸ ਵਿੱਚ। ਦੇਖੋ ਇਹ ਜਿਵੇਂ ਚੱਲ ਰਿਹਾ ਇੱਦਾਂ, ਦੂਜਾ ਚੱਲ ਰਿਹਾ ਇਹ ਲੰਬੇ ਕਦਮ ਵਾਲਾ, ਠੀਕ ਹੈ, 63 ਵਾਲਾ ਥੋੜਾ ਹੋਰ ਉਹਦੀ ਆਪਣੀ ਸਪੀਡ ਹੋਏਗੀ। ਓਕੇ, ਸੋ ਇਹ ਸਾਰੇ ਆਪਣੀ ਆਪਣੀ ਸਪੀਡ ਨਾਲ ਚੱਲ ਰਹੇ ਹਨ, ਆਪਣੇ ਆਪਣੇ ਸਪੀਡ ਨਾਲ ਇਹ ਕਦਮ ਬਣਾ ਰਹੇ ਹਨ। ਇਹ ਪਰੇਡ ਨਹੀਂ ਚੱਲਦੀ ਕਿ ਇੱਕੋ ਟਾਈਮ ਹੀ ਕਦਮ ਚੱਕਣੇ ਹਨ ਤੇ ਵਗੈਰਾ ਵਗੈਰਾ। ਇਹ 56 ਸੈਂਟੀਮੀਟਰ ਵਾਲਾ ਕਦਮ ਚੱਕ ਰਿਹਾ, ਇਹ 70 ਸੈਂਟੀਮੀਟਰ ਵਾਲਾ, ਇਹ 63 ਸੈਂਟੀਮੀਟਰ ਵਾਲਾ ਕਦਮ ਚੱਕ ਰਿਹਾ ਹੈ। ਸ਼ੁਰੂਆਤੀ ਬਿੰਦੂ ਤੋਂ ਕਿਸ ਦੂਰੀ ਤੇ ਇਹ ਫੇਰ ਇਕੱਠੇ ਕਦਮ ਚੱਕਣਗੇ? ਬਸ ਠੀਕ ਹੈ, ਇਹਨਾਂ ਦਾ ਦੇਖ ਲੈਂਦੇ ਹਾਂ। ਮੰਨ ਲਓ ਇਹ 56 ਦਾ ਪਹਾੜਾ ਚੱਲ ਰਿਹਾ, ਇਹ 70 ਦਾ ਪਹਾੜਾ ਚੱਲ ਰਿਹਾ, ਇਹ 63 ਦਾ ਪਹਾੜਾ ਚੱਲ ਰਿਹਾ। ਦੱਸੋ ਜੀ ਇਹੋ ਜਿਹਾ ਕਿਹੜਾ ਅੰਕ ਹੈ ਜਿਹੜਾ ਕਿ ਇਹਨਾਂ ਤਿੰਨਾਂ ਪਹਾੜਿਆਂ ਵਿੱਚ ਇਕੱਠਾ ਪਹਿਲੀ ਵਾਰ ਆਊਗਾ? ਆਪਾਂ ਦੇਖ ਲੈਂਦੇ ਹਾਂ, ਕਿੱਦਾਂ ਦੇਖਾਂਗੇ। ਲਘੁੱਤਮ ਕੱਢ ਲਓ, ਬਿਠਾਓ ਸਵਾਰੀਆਂ, 2 ਝੂਟੇ,
दो वाला आ जाओ जी ड्राइवर, 28 दूण 56, 35 दूणा 70, 63 बैठा रहा, 14 दूणा 28, 35 63 इदां ही बैठे रहो, 2 7 14। हुण 3 बजे वाली बस चलाओ, 7 इदां ही बैठा रहेगा, 35 भी इदां ही बैठा रहेगा, 21 तिया 63, 3 7 21, 5 वाली बस 7 इदां ही, 5 7 35, तो हुण 7 वाली बस 1 1 1 आ जाएगा। सो इन्हों लिख लो, 56 70 63 का लघुत्तम समावर्तक आ गया है 2 गुणा 2 गुणा 2 गुणा 3 गुणा 3 गुणा 5 गुणा 7, गुणा कर लो जी 5 दूनी 10, 10 दूना 20, 20 दूना 40, 40 तिया 120, 120 तिया 360, 360 7 2520, ठीक है। सो जिन्होंने कन्फ्यूजन हो 360 ਨੂੰ 7 ਨਾਲ ਇੱਦਾਂ ਵੀ ਗੁਣਾ ਕਰੇ, 7 6 42, 7 तिया 21 ਤੇ 4 25, 252 आ गया, 0 ਇੱਦਾਂ ਲਾ ਦੋ। ਸੋ ਇਹ 2520 ਸੈਂਟੀਮੀਟਰ ਸਾਡਾ ਜਵਾਬ ਆ ਗਿਆ। ਜੇ ਤੁਹਾਡੇ ਕੋਲ ਸੈਂਟੀਮੀਟਰ 'ਚ ਪੁੱਛਿਆ ਤਾਂ ਸੈਂਟੀਮੀਟਰ 'ਚ ਜਵਾਬ, ਤੇ ਜੇ ਮੀਟਰ 'ਚ ਪੁੱਛਿਆ ਤਾਂ ਇਹ ਇਸ ਤਰ੍ਹਾਂ ਆ ਜਾਏਗਾ 2520/100, 25.2 ਮੀਟਰ। ਓਕੇ, ਨੈਕਸਟ 9th ਕਿ ਦੋ ਸੰਖਿਆਵਾਂ ਵਿੱਚ 15 ਆਪਣੇ ਮਹੱਤਮ ਸਮਾਵਰਤਕ ਰੂਪ ਵਿੱਚ ਅਤੇ 65 ਆਪਣੇ ਲਘੁੱਤਮ ਸਮਾਵਰਤਕ LCM ਦੇ ਰੂਪ ਵਿੱਚ ਹੋ ਸਕਦੇ ਹਨ। ਆਪਣੇ ਉੱਤਰ ਦੇ ਸਮਰਥਨ ਵਿੱਚ ਕਾਰਨ ਦੱਸੋ। ਹੁਣ ਇਹ 'ਚ ਪੁੱਛ ਰਿਹਾ ਕਿ ਨਾ ਮੰਨ ਲਓ ਕੋਈ ਵੀ ਦੋ ਸੰਖਿਆਵਾਂ, ਉਹਨਾਂ ਦਾ HCF ਕੀ 15 ਆ ਸਕਦਾ, ਤੇ ਉਹਨਾਂ ਹੀ ਦੋ ਸੰਖਿਆਵਾਂ ਦਾ ਲਘੁੱਤਮ ਸਮਾਵਰਤਕ ਕੀ 65 ਆ ਸਕਦਾ ਹੈ। ਕੀ ਇਹ ਪੋਸੀਬਲ ਹੈ? ਇਹਦਾ ਜਵਾਬ ਆਏਗਾ ਨਹੀਂ, ਕਿਉਂਕਿ ਮਹੱਤਮ ਸਮਾਪਵਰਤਕ HCF ਲਘੁੱਤਮ ਸਮਾਪਵਰਤਕ ਦਾ ਗੁਣਨਖੰਡ ਹੋਣਾ ਚਾਹੀਦਾ ਹੈ। ਠੀਕ ਹੈ, ਮਤਲਬ ਉਹਦੇ ਪਹਾੜੇ ਵਿੱਚ ਵੀ ਆਉਣਾ ਚਾਹੀਦਾ, ਇਹਦੇ ਪਹਾੜੇ ਵਿੱਚ 65 ਆਉਣਾ ਚਾਹੀਦਾ ਹੈ। ਠੀਕ ਹੈ, ਆਪਾਂ ਇੱਥੇ ਲਿਖ ਲੈਂਦੇ ਹਾਂ ਅਤੇ 15 65 ਦਾ ਗੁਣਨਖੰਡ ਨਹੀਂ ਹੈ। ਕਿਸ ਤਰ੍ਹਾਂ ਪਤਾ ਚੱਲਿਆ? ਠੀਕ ਹੈ, ਆਪਾਂ 15 ਦੇ ਮੰਨ ਲਓ ਗੁਣਨਖੰਡ ਬਣਾਏ 3 5 15, 3 5 ਆ ਗਏ, 65 ਤੇ ਬਣਾਏ ਕਿੰਨਾ ਆ ਗਿਆ? ਇਹ ਆ ਗਿਆ 5 ਤੇ 13। ਓਕੇ, ਸੋ 3 ਤੇ 5 ਤੇ 5 ਤੇ 13। ਠੀਕ ਹੈ, ਸੋ ਇਹਦੇ ਵਿੱਚ ਅਸੀਂ ਦੇਖਿਆ ਕਿ ਇਹਦੇ ਵਿੱਚ ਕੋਈ 15 ਨਹੀਂ ਆਉਂਦਾ। ਠੀਕ ਹੈ, 65 ਦਾ ਗੁਣਨਖੰਡ ਹੈ ਹੀ ਨਹੀਂ 15, ਇਸ ਕਰਕੇ ਪੋਸੀਬਲ ਨਹੀਂ ਹੈ, ਕਿਉਂਕਿ ਮਹੱਤਮ ਸਮਾਵਰਤਕ 65 ਦਾ ਗੁਣਨਖੰਡ ਨਹੀਂ ਹੈ। ਨੈਕਸਟ ਕਿ ਦੋ ਸੰਖਿਆਵਾਂ ਵਿੱਚ 12 ਆਪਣੇ ਮਹੱਤਮ ਸਮਾਵਰਤਕ, ਮੈਂ ਇਹਨੂੰ HCF ਬੋਲਦਾ, ਠੀਕ ਹੈ, ਤੈਨੂੰ LCM ਬੋਲਾਂਗਾ, ਕਿ ਦੋ ਸੰਖਿਆਵਾਂ ਵਿੱਚ 12 ਆਪਣੇ HCF ਰੂਪ ਵਿੱਚ ਅਤੇ 72 ਆਪਣੇ LCM ਦੇ ਰੂਪ ਵਿੱਚ ਹੋ ਸਕਦੇ ਹਨ। ਹਾਂ, ਇਹ ਪੋਸੀਬਲ ਹੈ। ਹਾਂ, ਕਿਉਂਕਿ HCF LCM ਦਾ ਗੁਣਨਖੰਡ ਹੋਣਾ ਚਾਹੀਦਾ ਹੈ ਨਾ। ਸੋ ਜਿਹੜਾ 72 ਹੈ, ਠੀਕ ਹੈ, 12, ਸੋ ਇਹਦੇ ਜੇ ਆਪਾਂ ਫੈਕਟਰ ਬਣਾ ਲਈਏ, ਸੋ 12 ਦੇ ਕੀ ਫੈਕਟਰ ਬਣਨਗੇ? ਠੀਕ ਹੈ, ਇਹ ਬਣਨਗੇ 2 ਦੂਣੀ 4 ਤੀਏ 12, 72 ਦੇ ਕੀ ਫੈਕਟਰ ਬਣਨਗੇ? 2 ਦੂਣੀ 4 ਦੂਣੀ 8 ਤੀਆ 24 ਤੀਆ 72। ਠੀਕ ਹੈ, ਸੋ ਇਹ ਜਿਹੜਾ ਹੈਗਾ 12 ਆ ਗਿਆ। ਸੋ ਇੱਥੇ ਵੀ ਆਉਂਦਾ ਨਾ 2 ਦੂਣੀ 4 ਤੀਏ 12, ਸੋ ਇਹਦਾ ਮਤਲਬ 12 ਜਿਹੜਾ 72 ਦਾ ਗੁਣਨਖੰਡ ਹੈ। ਇਸ ਕਰਕੇ ਇਹ ਪੋਸੀਬਲ ਹੈ ਕਿ ਦੋ ਸੰਖਿਆਵਾਂ ਕੋਈ ਹੋਣ ਜਿਹਦਾ ਮਹੱਤਮ ਸਮਾਵਰਤਕ 12 ਆ ਜਾਵੇ ਤੇ ਲਘੁੱਤਮ ਸਮਾਵਰਤਕ 72 ਆ ਸਕਦਾ ਹੈ। ਨੈਕਸਟ 11 ਦੋ ਸੰਖਿਆਵਾਂ ਦਾ HCF ਅਤੇ LCM ਕ੍ਰਮਵਾਰ 13 182 ਹਨ। ਜੇਕਰ ਇੱਕ ਸੰਖਿਆ 26 ਹੈ ਤਾਂ ਦੂਜੀ ਸੰਖਿਆ ਪਤਾ ਕਰੋ। ਲੋ ਜੀ, ਇਹਦਾ ਫਾਰਮੂਲਾ ਲਾ ਦਿਓ। ਇਹਦਾ ਫਾਰਮੂਲਾ ਕੀ ਹੈ? LCM ਗੁਣਾ HCF, ਮੈਂ ਇੰਗਲਿਸ਼ ਵੀ ਲਿਖਦਾ LCM ਤੇ ਗੁਣਾ HCF। ਓਕੇ, ਸੋ ਤੇ ਦੋਨੋਂ ਅੰਕਾਂ ਦਾ ਗੁਣਨਫਲ, ਯਾਨੀ ਪਹਿਲੀ ਸੰਖਿਆ ਗੁਣਾ ਦੂਜੀ ਸੰਖਿਆ, ਇਹਦਾ ਗੁਣਨਫਲ ਹੋ ਜਾਏਗਾ। ਸੋ ਆਪਾਂ ਦੇਖਿਆ LCM ਕਿੰਨਾ ਹੈ, ਪਹਿਲਾਂ ਨੇ ਕੀ ਗੱਲ ਕੀਤੀ ਗਿਆ? HCF ਕਿੰਨਾ? 13, ਤੇ 13 ਲਿਖਤਾ, ਤੇ ਫਿਰ LCM ਹੈਗਾ 182, ਆਪਾਂ ਇੱਥੇ 182 ਲਿਖਤਾ। ਸੋ ਇੱਥੇ ਅਸੀਂ ਪਾ ਦਿੰਦੇ ਹਾਂ ਦੋਨੋਂ ਸੰਖਿਆ ਦਾ, ਠੀਕ ਹੈ, ਦੋਨਾਂ ਸੰਖਿਆਵਾਂ ਦਾ ਗੁਣਨਫਲ। ਸੋ ਇੱਕ ਸੰਖਿਆ ਆ ਗਈ ਆਪਣੇ ਕੋਲ 26 ਤੇ ਦੂਜੀ ਸੰਖਿਆ ਕਿਹੜੀ ਆ ਗਈ ਉਹ ਆਪਾਂ ਪਤਾ ਕਰਨੀ ਹੈ। ਸੋ ਆਪਾਂ ਇਹ ਕੀਤਾ 182 ਗੁਣਾ 13 ਇਦਾਂ ਹੀ ਲਿਖ ਲਿਆ। ਹੁਣ ਆ ਜਿਹੜਾ 26 ਸੀ ਇਹਨੇ ਕਿਹੜੇ ਕੱਪੜੇ ਪਾਏ ਹੋਏ ਸੀ? ਗੁਣਾ ਦੇ। ਹੁਣ ਕਿਸੇ ਦੇ ਘਰ ਜਾਣਾ ਤੇ ਆਪਾਂ ਕੱਪੜੇ ਚੇਂਜ ਕਰਕੇ ਜਾਵਾਂਗੇ ਨਾ। ਸੋ ਇਹਨੇ ਜੇ ਗੁਣਾ ਦੇ ਕੱਪੜੇ ਪਾਏ ਨੇ ਤੇ ਦੂਜੇ ਕਿਹੜੇ ਹੋਣਗੇ? ਭਾਗ ਦੇ, ਹਨਾ, ਵੰਡ ਦੇ ਕੱਪੜੇ, ਤਕਸੀਮ ਦੇ ਕੱਪੜੇ, ਡਿਵੀਜ਼ਨ ਦੇ ਕੱਪੜੇ। ਸੋ ਇੱਥੇ ਜਾ ਕੇ ਇਹ ਡਿਵੀਜ਼ਨ ਵਾਲੇ ਕੱਪੜੇ ਪਾ ਲੇਗਾ, ਯਾਨੀ ਭਾਗ ਹੋ ਜਾਏਗਾ। ਇਹਨਾਂ ਨੂੰ ਕੱਢ ਦਿਓ। 13 ਏਕਮ 13, 13 ਦੂਣਾ 26, 2 ਏਕਮ 2 ਤੇ 2 9 18, 2 ਏਕਮ 2 91 ਆ ਗਿਆ, ਹਨਾ। ਇਹਦਾ ਮਤਲਬ ਦੂਜੀ ਸੰਖਿਆ ਕੀ ਆ ਗਈ? 91। ਇਹ ਸਾਡਾ ਆਨਸਰ ਆ ਗਿਆ। ਨੈਕਸਟ 12 ਦੋ ਸਹਿ ਅਭਾਜ ਸੰਖਿਆਵਾਂ ਦਾ ਲਘੁੱਤਮ ਸਮਾਪਵਰਤਕ। ਸੋ ਦੇਖੋ, ਜੇ ਤੁਹਾਨੂੰ ਸਹਿ ਅਭਾਜ ਸੰਖਿਆਵਾਂ ਭੁੱਲ ਗਈਆਂ ਤਾਂ ਤੁਹਾਨੂੰ ਮੈਂ ਯਾਦ ਕਰਾ ਦਾਂ ਕਿ ਜਿਹੜੀਆਂ ਆਪਸ ਵਿੱਚ ਨਾ ਵੰਡੀਣ ਯੋਗ ਹੋਣ,
ਕਿਸੇ ਫੈਕਟਰ ਵਿੱਚ ਨਾ ਆਉਂਦੀਆਂ ਹੋਣ, ਜਿਨ੍ਹਾਂ ਦੇ ਜਦੋਂ ਆਪਾਂ ਗੁਣਨਖੰਡ ਬਣਾਈਏ ਤਾਂ ਸਿਰਫ ਉਹ ਆਪਣੇ ਆਪ ਦੇ ਨਾਲ ਹੀ ਭਾਗ ਹੋਣ, ਤੇ ਜਿਨ੍ਹਾਂ ਦਾ ਹਾਈਐਸਟ ਕਾਮਨ ਫੈਕਟਰ ਮਹੱਤਮ ਸਮਾਵਰਤਕ ਕੀ ਆਵੇ 1, ਹੈ ਨਾ, ਕਿਉਂਕਿ ਹੋਰ ਕੋਈ ਇਹਦੇ ਟੁਕੜੇ ਹੋਣੇ ਹੀ ਨਹੀਂ। ਦੋਨਾਂ ਦਾ ਸਾਂਝਾ ਜਿਹੜਾ ਫੈਕਟਰ ਉਹ ਤਾਂ 1 ਹੀ ਆਏਗਾ ਨਾ। ਠੀਕ ਹੈ, ਮੰਨ ਲਓ ਮੈਂ ਲੈ ਲਾਂ ਤੇ 11 ਤੇ 13 ਕਿਹੜੇ ਪਹਾੜੇ 'ਚ ਆਏਗਾ? 1 ਦੇ ਪਹਾੜੇ 'ਚ ਆਊਗਾ ਨਾ। ਸੋ ਹਾਈਐਸਟ ਕਾਮਨ ਫੈਕਟਰ 1 ਆ ਜਾਏਗਾ। ਸੋ ਇਹ ਗੱਲ ਜਿਹੜੀ ਹੈਗੀ ਆਪਾਂ ਇੱਥੇ ਯਾਦ ਰੱਖਣੀ ਹੈ। ਦੋ ਸਹਿ ਅਭਾਜ ਸੰਖਿਆਵਾਂ ਦਾ LCM 195 ਹੈ। ਜੇਕਰ ਇੱਕ ਸੰਖਿਆ 15 ਹੈ ਤਾਂ ਦੂਜੀ ਸੰਖਿਆ ਪਤਾ ਕਰੋ। ਸੋ ਫਾਰਮੂਲਾ ਉਹੀ ਪਹਿਲਾਂ ਲਿਖ ਲਓ। ਚਲੋ LCM ਕਿੰਨਾ 195 ਤੇ HCF 1 ਜਿੱਦਾਂ ਆਪਾਂ ਦੱਸਿਆ ਹੈ। ਠੀਕ ਹੈ, ਤੇ ਪਹਿਲਾ ਅੰਕ ਜਾਂ ਪਹਿਲੀ ਸੰਖਿਆ ਕੀ ਆ ਗਈ? 15। ਸੋ ਲੱਲਾ ਸੱਸਾ ਵਾਵਾ 195, ਮੰਮਾ ਸੱਸਾ ਵਾਵਾ 1, ਤੇ ਦੋਨਾਂ ਅੰਕਾਂ ਵਿੱਚ ਇੱਕ ਅੰਕ 15 ਤੇ ਗੁਣਾ ਦੂਜੀ ਸੰਖਿਆ। ਸੋ 195 15 ਇੱਧਰ ਗੁਣਾ ਵਾਲੇ ਕੱਪੜੇ ਪਾ ਕੇ ਬੈਠਾ, ਦੂਜੇ ਘਰ ਜਾਊਗਾ ਤੇ ਭਾਗ ਵਾਲੇ ਪਾ ਲੂਗਾ, ਜਾਨੀ ਨੀਚੇ ਕੱਟ ਦੋ ਜੀ। 15 ਏਕਮ 15, 15 ਏਕਮ 15, 4 ਬਚ ਗਏ 45, 15 ਤੀਆ 45। ਸੋ ਜੇ ਤੁਹਾਨੂੰ ਇੱਦਾਂ ਨਹੀਂ ਆਉਂਦਾ ਤੇ ਤੁਸੀਂ ਇਸ ਤਰ੍ਹਾਂ ਵੀ ਕਰ ਲਓ, 195 ਰੱਖਿਆ ਵਿੱਚ ਤੇ 15 ਨਾਲ ਭਾਗ ਕਰ ਦਿਓ। 15 ਏਕਮ 15, 4 45, 15 ਤੀਆ 45। ਸੋ ਇੱਦਾਂ ਵੀ ਤੁਸੀਂ ਕਰ ਸਕਦੇ ਹੋ। ਓਕੇ, 13 ਸਾਡੀ ਦੂਜੀ ਸੰਖਿਆ ਆ ਗਈ। ਇਹ ਸਾਡਾ ਆਨਸਰ ਆ ਗਿਆ ਜੀ। ਨੈਕਸਟ ਹੈ 13th। ਦੋ ਸੰਖਿਆਵਾਂ ਦਾ HCF 6 ਹੈ ਅਤੇ ਦੋ ਸੰਖਿਆਵਾਂ ਦਾ ਗੁਣਨਫਲ 216 ਹੈ। ਉਹਨਾਂ ਦਾ LCM ਪਤਾ ਕਰੋ। ਲਿਖ ਲਓ ਜੀ, HCF 6 ਗੁਣਨਫਲ 216, LCM ਪਤਾ ਕਰਨਾ ਹੈ। ਫਾਰਮੂਲਾ ਲਾ ਲਓ, HCF ਗੁਣਾ LCM ਤੇ ਦੋਨਾਂ ਸੰਖਿਆਵਾਂ ਦਾ ਗੁਣਨਫਲ। ਠੀਕ ਹੈ, ਦੋਨਾਂ ਸੰਖਿਆਵਾਂ ਦਾ, ਸੌਰੀ ਯਾਰ ਮੈਂ ਕਟਿੰਗ ਕਰ ਰਿਹਾ, ਪਰ ਸੰਖਿਆਵਾਂ ਦੇ ਸਪੈਲਿੰਗ ਤੁਹਾਨੂੰ ਆਉਂਦੇ ਹੋਣਗੇ, ਜੇ ਨਹੀਂ ਤਾਂ ਸਮਝ ਆਈ। ਦੋਨਾਂ ਸੰਖਿਆਵਾਂ ਦਾ ਗੁਣਨਫਲ ਤੁਸੀਂ ਲਿਖ ਲਿਓ। ਸੋ HCF 6 LCM ਆਪਾਂ ਪਤਾ ਕਰਨਾ ਹੈ ਤੇ 216 ਇਹਨਾਂ ਦਾ ਗੁਣਨਫਲ ਆ ਗਿਆ। ਹੁਣ ਲਘੁੱਤਮ ਸਮਾਵਰਤਕ ਇੱਥੇ ਕਹਿੰਦਾ ਯਾਰ ਮੈਂ ਪੰਜਾਬੀ 'ਚ ਲਿਖਿਆ, ਤੂੰ ਅੰਕ ਚਲੋ ਉੱਧਰ ਚਲੋ, ਅੰਕ ਇੱਧਰ ਤੇ ਪੰਜਾਬੀ ਇੱਧਰ। ਸੋ ਅੰਕ ਵਿਚਾਰਾ ਕਹਿੰਦਾ ਮੈਂ ਉੱਧਰ ਚਾਹਨਾ, ਪਰ ਕਹਿੰਦਾ ਮੈਂ ਕੱਪੜੇ ਤਾਂ ਬਦਲ ਲਵਾਂ। ਸੋ ਇੱਥੇ ਗੁਣਾ ਵਾਲੇ ਕੱਪੜੇ ਪਾ ਕੇ ਬੈਠਾ ਸੀ, ਉੱਧਰ ਭਾਗ ਵਾਲੇ ਕੱਪੜੇ ਪਾ ਲਏ, ਹੈ ਨਾ, ਵੰਡਿਆ ਗਿਆ ਨੀਚੇ। ਸੋ ਕੱਟ ਦੋ ਜੀ। ਕਿਸ ਤਰ੍ਹਾਂ? 6 ਏਕਮ 6, 6 ਤੀਏ 18, 3 ਬਚ ਗਿਆ ਤੇ 36 ਬਣ ਗਿਆ। 6 6 ਯਾਨੀ 6 ਏਕਮ 36। ਸੋ ਇਹ 36 ਹੀ ਜਵਾਬ ਆ ਗਿਆ ਸਾਡਾ LCM। ਸੋ ਇਹ ਸੀ ਸਾਡੀ ਐਕਸਰਸਾਈਜ਼ 3.5। ਹੋਪ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ ਹੋਵੇਗਾ। ਨਹੀਂ ਆਇਆ ਤਾਂ ਚਲੋ ਦੁਬਾਰਾ ਦੇਖੋ। ਚਲੋ ਜੀ, ਰੀਪਲੇ ਕਰੋ 3 ਵਾਰ 4 ਵਾਰ 5 ਵਾਰ, ਜਿੰਨੀ ਵਾਰ ਨਹੀਂ ਸਮਝਿਆ ਦੁਬਾਰਾ ਦੇਖੋ ਤੇ ਵੱਧ ਤੋਂ ਵੱਧ ਐਕਸਰਸਾਈਜ਼ ਕਰੋ। ਇੰਟਰਨੈਟ ਤੋਂ ਦੇਖੋ, ਹੋਰ ਕਈਆਂ ਟੀਚਰਸ ਦੀਆਂ ਵੀਡੀਓਜ਼ ਦੇਖੋ, ਤੁਹਾਨੂੰ ਸਮਝ ਜ਼ਰੂਰ ਆ ਜਾਵੇਗਾ। ਵੱਧ ਤੋਂ ਵੱਧ ਪ੍ਰੈਕਟਿਸ ਕਰੋ, ਕਿਉਂਕਿ ਪ੍ਰੈਕਟਿਸ ਤੁਸੀਂ ਹੀ ਕਰਨੀ ਹੈ। ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਉਨਾ ਜ਼ਿਆਦਾ ਤੁਹਾਨੂੰ ਸਮਝ ਆਏਗਾ। ਇੱਕ ਫਾਰਮੂਲਾ ਮੈਂ ਪਿਛਲੀ ਵੀਡੀਓ 'ਚ ਦੱਸਿਆ ਸੀ, ਜਿੰਨੀ ਸਮਝ ਆਈ ਓਨੇ ਲੋਕਾਂ ਨੂੰ ਸਮਝਾਉਣਾ ਸ਼ੁਰੂ ਕਰੋ। ਜਿੰਨੀ ਸਮਝ ਆਈ, ਹੈ ਨਾ, ਜਿੰਨੀ ਸਮਝ ਆ ਰਹੀ ਹੈ ਓਨਾ ਹੀ ਲੋਕਾਂ ਨੂੰ ਸਮਝਾਉਣਾ ਸ਼ੁਰੂ ਕਰ ਦਿਓ, ਤੁਹਾਡੀ ਸਮਝ ਡਬਲ ਹੋ ਜਾਏਗੀ। ਆਪਣੇ ਯਾਰ ਦੋਸਤ ਦਾ ਭਲਾ ਵੀ ਕਰੋ, ਵੀਡੀਓ ਸ਼ੇਅਰ ਕਰ ਸਕਦੇ ਹੋ, ਡਿਸਕਸ ਕਰ ਸਕਦੇ ਹੋ। ਤੇ ਥੈਂਕ ਯੂ ਵੈਰੀ ਮੱਚ। ਚੈਨਲ ਨੂੰ ਇੰਨੀ ਵੱਧ ਮਾਤਰਾ ਵਿੱਚ ਸਬਸਕ੍ਰਾਈਬ ਕਰਨ ਲਈ, ਲਾਈਕ ਕਰਨ ਲਈ, ਸ਼ੇਅਰ ਕਰਨ ਲਈ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਥੈਂਕ ਯੂ ਸੋ ਮੱਚ।